ਕੈਨੇਡਾ ਦੇ ਵਿੱਚ ਜਸਟਿਨ ਟਰੂਡੋ ਹੋਰਾਂ ਦੀ ਸਰਕਾਰ ਨੇ ਜਿਹੜੇ ਨਵੇਂ ਫੈਸਲੇ ਕੀਤੇ ਨੇ ਉਹਦੇ ਵਿੱਚ ਇੱਕ ਗੱਲ ਬੜੀ ਕਲੀਅਰ ਹੈ ਕਿ ਪੰਜਾਬ ਤੋਂ, ਭਾਰਤ ਤੋਂ, ਦੁਨੀਆ ਦੇ ਕਿਸੇ ਦੂਸਰੇ ਮੁਲਕ ਤੋਂ ਕਿਸੇ ਨੇ ਇਹਨੂੰ ਮੰਗਾਉਣ ਦੇ ਲਈ ਕੋਈ ਗੱਲ ਨਹੀਂ ਕੀਤੀ ਗਈ। ਜੇ ਕੋਈ ਬੰਦਾ ਤੁਹਾਨੂੰ ਇਹ ਕਹਿੰਦਾ ਤੇ ਉਹ ਗਲਤ ਕਹਿ ਰਿਹਾ, ਉਸ ਠੱਗੀ ਤੋਂ ਤੁਸੀਂ ਜ਼ਰੂਰ ਬਚਣਾ ਹੈ। ਪਰ ਉਹ ਫੈਸਲਾ ਕਿਹਨਾਂ ਦੇ ਲਈ ਹੈ, ਕਿਧਰਲੇ ਪਾਸੇ ਲਈ ਹੈ, ਉਹਦੀ ਜਾਣਕਾਰੀ ਦੇਣ ਦੇ ਲਈ ESS ਗਲੋਬਲ ਤੋਂ ਗੁਰਿੰਦਰ ਭੱਟੀ ਹੋਰੀ ਸਾਡੇ ਨਾਲ ਜੁੜਨ ਜਾ ਰਹੇ ਨੇ। ਉਹ ਜਾਣਕਾਰੀ ਦੇਣਗੇ, ਤੁਸੀਂ ਜਾਣਕਾਰੀ ਨੂੰ ਹਾਸਲ ਕਰਨਾ ਹੈ, ਜਾਣਕਾਰੀ ਨੂੰ ਵਿਚਾਰਨਾ ਹੈ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਤੁਹਾਡੀ ਪਲੇਟ ਦੇ ਵਿੱਚ ਆਉਣਗੀਆਂ ਤੇ ਉਹ ਜਾਣਕਾਰੀ ਦੇਣ ਦੇ ਲਈ ਗੁਰਿੰਦਰ ਭੱਟੀ ਹੋਰਾਂ ਨੂੰ ਅਸੀਂ ਸੱਦਾ ਦੇਣ ਜਾ ਰਹੇ ਹਾਂ। ਤੁਹਾਡਾ ਕੋਈ ਵੀ ਸਵਾਲ ਹੋਵੇ, ਤੁਸੀਂ ਸਟੂਡੈਂਟ ਵੀਜ਼ੇ ਤੇ ਹੋ, ਤੁਸੀਂ ਕਿਸੇ ਹੋਰ ਵੀਜ਼ੇ ਤੇ ਹੋ, ਪਰ ਉਹ ਫੈਸਲੇ ਕੇਵਲ ਤੇ ਕੇਵਲ ਕੈਨੇਡਾ ਦੇ ਵਿੱਚ ਆ ਚੁੱਕੇ ਲੋਕਾਂ ਦੇ ਲਈ ਨੇ। ਪਰ ਉਹਦੇ ਵਿੱਚ ਵੀ ਸ਼ਰਤਾਂ ਨੇ, ਉਹਦੇ ਵਿੱਚ ਵੀ ਯੋਗਤਾ ਆ। ਕਿਹੜੀ ਯੋਗਤਾ ਕਿੱਧਰਲੇ ਪਾਸੇ ਨੂੰ ਜਾਂਦੀ ਹੈ, ਆਪਾਂ ਗੁਰਿੰਦਰ ਭੱਟੀ ਹੋਰਾਂ ਦੇ ਨਾਲ ਗੱਲਬਾਤ ਕਰਦੇ ਹਾਂ। ਭੱਟੀ ਸਾਹਿਬ, ਸਵਾਗਤ ਹੈ ਜੀ ਤੁਹਾਡਾ ਪ੍ਰਾਈਮ ਏਸ਼ੀਆ ਟੀਵੀ ਤੇ। ਥੈਂਕ ਯੂ ਪਰਮਵੀਰ ਭਾਜੀ, ਸਤਿ ਸ਼੍ਰੀ ਅਕਾਲ ਜੀ। ਸ਼ੋਅ ਦੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਭੱਟੀ ਸਾਹਿਬ, ਜਿਹੜਾ ਇਹ ਨਵਾਂ ਐਲਾਨ ਕੱਲ ਆਇਆ, ਆਪਾਂ ਉਧਰਲੇ ਬੰਦੇ ਨੂੰ ਸਾਰਾ ਕੁਝ ਡਿਟੇਲ ਚ ਉਹਦੀ ਜਾਵਾਂਗੇ ਵੀ ਕਿਹਨੂੰ ਇਹ ਸਾਰੇ ਕੁਝ ਤੇ ਅਸਰ ਪੈਂਦਾ ਹੈ, ਕਿਹਨੂੰ ਇਹ ਸਾਰੇ ਕੁਝ ਦਾ ਫਾਇਦਾ ਹੋਏਗਾ, ਤੇ ਨਾਲ ਜਿਹੜੀਆਂ ਅਫਵਾਹਾਂ ਨੇ ਉਹਨਾਂ ਤੋਂ ਕਿਸ ਤਰੀਕੇ ਨਾਲ ਬਚਿਆ ਜਾ ਸਕਦਾ। ਸ਼ੁਰੂਆਤ ਜਿਹੜੀ ਕੱਲ ਦੀ ਅਨਾਉਂਸਮੈਂਟ ਹੋਈ ਆ, ਇਹਦੇ ਵਿੱਚ ਕੀ ਲੱਗਦਾ ਕਿ ਜਿਹੜੀਆਂ 3 ਕੈਟੇਗਰੀਜ਼ ਨੇ, ਅਸੀਂ ਉਧਰ ਨੂੰ ਪਹਿਲਾਂ ਵਧੀਏ, ਉਹ ਕਿਹੜੀਆਂ ਕੈਟੇਗਰੀਜ਼ ਨੇ ਜਿਨ੍ਹਾਂ ਨੂੰ ਇਹ ਸਾਰੇ ਕੁਝ ਤੋਂ ਫਾਇਦਾ ਹੋਵੇਗਾ ਜੀ? ਜਿਹੜੇ ਕੱਲ ਦਾ ਐਲਾਨ ਹੋਇਆ ਜੀ, ਜਿੱਥੋਂ ਤੁਸੀਂ ਸ਼ੁਰੂਆਤ ਕੀਤੀ ਹੈ ਕਿ ਆਪਾਂ ਉਹਦੇ ਬਾਰੇ ਗੱਲ ਜ਼ਰੂਰ ਕਰਾਂਗੇ ਕਿ ਪੰਜਾਬ ਦੇ ਵਿੱਚ ਕੱਲ ਤੋਂ ਹੀ ਅਫਵਾਹਾਂ ਦਾ ਜਿਹੜਾ ਕਹਿ ਲਓ ਕਿ ਵੀ ਮਾਹੌਲ ਬਹੁਤ ਗਰਮ ਹੈ। ਮਤਲਬ ਅੱਜ ਸਵੇਰੇ ਜਦੋਂ ਮੈਂ 7:30-8 ਵਜੇ ਉੱਠਿਆ ਤੇ ਤਕਰੀਬਨ 25-30 ਮਿਸਡ ਕਾਲਸ ਹੈਗੀਆਂ ਸੀਗੀਆਂ ਕਿ ਵੀ ਇੰਡੀਆ ਤੋਂ ਇਹ ਪੱਕੇ ਤੌਰ ਤੇ ਲੋਕਾਂ ਨੂੰ ਬੁਲਾ ਲਿਆ। ਆਪਾਂ ਇਹਦੇ ਬਾਰੇ ਬਾਅਦ ਚੋਂ ਗੱਲ ਕਰਦੇ ਹਾਂ, ਬਟ ਜਿਹੜਾ ਤੁਹਾਡਾ ਮੇਜਰ ਸਵਾਲ ਹੈਗਾ ਕਿ ਵੀ ਕਿਹੜੀਆਂ 3 ਕੈਟੇਗਰੀਆਂ ਨੇ ਕਿ ਵੀ ਜਿਸ 'ਚ ਲੋਕਾਂ ਨੂੰ ਲਾਹਾ ਮਿਲੇਗਾ। ਇਹ 3 ਨਹੀਂ 6 ਕੈਟੇਗਰੀਜ਼ ਹੈ। ਜੇ ਇਹਨੂੰ ਚੰਗੀ ਤਰ੍ਹਾਂ ਅਸੀਂ ਇਸ ਆਰਟੀਕਲ ਨੂੰ ਪੜ੍ਹੀਏ, ਉਹਦੇ 'ਚ 3 ਕੈਟੇਗਰੀਆਂ ਤੇ ਸਿਰਫ ਆਪਾਂ ਉਹ ਵਾਲੇ ਬੰਦਿਆਂ ਵਾਸਤੇ ਹੈ ਜਿਨ੍ਹਾਂ ਨੂੰ ਫ੍ਰੈਂਚ ਬੋਲਣੀ ਆਉਂਦੀ ਹੈ। ਆਪਣੇ ਬੰਦੇ ਕਿ ਜਿਹੜੇ ਸਟੂਡੈਂਟ, ਇੰਟਰਨੈਸ਼ਨਲ ਸਟੂਡੈਂਟ ਦੀ ਅਸੀਂ ਗੱਲ ਕਰ ਲਈਏ, ਜਾਂ ਜਿਹੜੇ ਟੈਂਪਰੇਰੀ ਵਰਕਰ ਉੱਥੇ ਬੈਠੇ ਹੋਏ ਨੇ, ਕਿ ਜਿਹੜੇ ਕਿ ਕਾਫੀ ਬੱਚੇ ਸਟੂਡੈਂਟ ਦੇ ਨਾਲ ਉਹਦੇ ਸਪਾਊਸ ਦੇ ਓਪਨ ਵਰਕ ਪਰਮਿਟ ਤੇ ਹੈ ਐਂਡ ਐਜ਼ ਅ ਟੈਂਪਰੇਰੀ ਵਰਕਰ ਉੱਥੇ ਕੰਮ ਕਰ ਰਹੇ ਆ, ਜਾਂ ਪੱਕੇ ਤੌਰ ਤੇ ਉੱਥੇ ਕੰਮ ਕਰ ਰਹੇ ਆ। ਪੱਕੇ ਤੌਰ ਤੋਂ ਕੰਮ ਕਰਨ ਦਾ ਮਤਲਬ ਹੈ ਕਿ ਆਲਰੇਡੀ ਕਿਸੇ ਕੰਪਨੀ ਦੇ ਨਾਲ ਜੁੜੇ ਹੋਏ ਨੇ, LMIA ਜਾਂ ਵਰਕ ਪਰਮਿਟ ਦੇ ਉੱਤੇ ਕੰਮ ਕਰ ਰਹੇ ਨੇ। ਸੋ ਉਹ ਕੈਟੇਗਰੀਜ਼ ਨੂੰ, ਜੇ ਫ੍ਰੈਂਚ ਵਾਲੀਆਂ 3 ਕੈਟੇਗਰੀਜ਼ ਨੂੰ ਅਸੀਂ ਸਾਈਡ ਤੇ ਛੱਡ ਦਈਏ, 3 ਕੈਟੇਗਰੀਆਂ ਬਚਦੀਆਂ ਵਾ। ਉਹ 3 ਕੈਟੇਗਰੀਜ਼ ਨੂੰ ਇਹਨਾਂ ਨੇ ਐਲਾਨਿਆ ਵਾ ਕਿ 90,000 ਇਹ ਜਿਹੜਾ ਬੰਦਾ ਵਾ ਉਹ ਪੱਕਾ ਕਰਨਗੇ। ਐਂਡ ਉਹ 3 ਕੈਟੇਗਰੀ ਦੇ ਤਹਿਤ 90,000 ਦੇ ਉੱਤੇ ਕੈਪ ਲਗਾਈ ਗਈ ਹੈ, ਜਿਹਦੇ ਚੋਂ ਪਹਿਲੀ ਕੈਟੇਗਰੀ ਜਿਹੜੀ ਆ ਜਾਂਦੀ ਹੈ ਉਹ 20,000 ਉਹ ਟੈਂਪਰੇਰੀ ਵਰਕਰ ਹੈ ਜਿਨ੍ਹਾਂ ਨੇ ਹੈਲਥ ਕੇਅਰ ਦੇ ਵਿੱਚ ਪਿਛਲੇ 1 ਸਾਲ ਤੋਂ ਕੰਮ ਕਰ ਰਹੇ ਹੈਗੇ। ਕਿ ਜਦੋਂ ਜੇਕਰ ਅਸੀਂ ਕੋਵਿਡ ਦੀ ਗੱਲ ਕਰੀਏ ਕਿ ਲੋਕਡਾਊਨ ਦੇ ਦੌਰਾਨ ਜਿਹਨੂੰ ਅਸੀਂ ਕਹਿੰਦੇ ਆ ਫਰੰਟ ਲਾਈਨ ਵਾਰੀਅਰ ਸੀਗੇ, ਕਿ ਐਸੈਂਸ਼ੀਅਲਸ ਜਿਹੜੇ ਬੰਦੇ ਕੰਮ ਕਰ ਰਹੇ ਸੀ ਐਸੈਂਸ਼ੀਅਲ ਦੇ ਵਿੱਚ, ਸੋ ਉਹਦੇ 'ਚ 20,000 ਵਰਕਰ ਜਿਹੜਾ ਵਾ ਉਹਨਾਂ ਨੇ ਕੱਢਿਆ ਕਿ 20,000 ਟੈਂਪਰੇਰੀ ਵਰਕਰ ਤੌਰ ਤੇ ਜਿਹੜੇ ਤੁਸੀਂ ਹੈਲਥ ਕੇਅਰ ਡਿਪਾਰਟਮੈਂਟ ਦੇ ਵਿੱਚ ਕੰਮ ਕਰ ਰਹੇ ਸੀਗੇ, ਇਹ ਹੈਲਥ ਕੇਅਰ ਡਿਪਾਰਟਮੈਂਟ 'ਚ ਉਹਨਾਂ ਨੂੰ ਪੱਕੇ ਕੀਤਾ ਜਾਏਗਾ। 1 ਸਾਲ ਦਾ ਉਹਦੇ 'ਚ ਤਜਰਬਾ ਚਾਹੀਦਾ, 1 ਸਾਲ ਤੋਂ ਕੰਮ ਕਰ ਰਿਹਾ ਹੋਵੇ ਬੰਦਾ। ਦੂਸਰੀ ਕੈਟੇਗਰੀ ਜਿਹੜੀ ਇਹਨਾਂ ਨੇ ਕੀਤੀ ਗਈ ਹੈ ਉਹ ਗਈ ਹੈ 30,000 ਬੰਦਾ, ਜਿਹੜੀ ਇੱਕ ਹੈਲਥ ਕੇਅਰ ਆ ਗਈ। ਇੱਕ ਉਹਦੇ ਬਾਅਦ ਚੋਂ ਜਿਹੜੇ ਐਸੈਂਸ਼ੀਅਲਸ ਲਿਸਟ ਦੇ ਵਿੱਚ ਹੈਗੇ ਹੈ ਐਂਡ ਪਿਛਲੇ 1-1.5 ਸਾਲ ਤੋਂ ਜਿਹੜੇ ਉਹ ਐਸੈਂਸ਼ੀਅਲ ਕਿੱਤਿਆਂ ਦੇ ਵਿੱਚ ਲੋਕੀ ਕੰਮ ਕਰ ਰਹੇ ਆ ਪਿਛਲੇ 1 ਸਾਲ ਤੋਂ, ਉਹਨਾਂ ਨੂੰ ਪੱਕਾ ਕੀਤਾ ਜਾਏਗਾ। ਤੀਸਰੀ ਜਿਹੜੀ ਕੈਟੇਗਰੀ ਹੈ ਉਹ ਬਚ ਜਾਂਦਾ ਹੈ ਬਾਕੀ 40,000, ਕਿਉਂਕਿ ਅਸੀਂ 90,000 ਦੀ ਗੱਲ ਕੀਤੀ ਸੀ। 90,000 ਨੂੰ 3 ਕੈਟੇਗਰੀ 'ਚ ਵੰਡਿਆ ਉਹਨਾਂ ਨੇ, 20,000 ਹੈਲਥ ਕੇਅਰ, 30,000 ਬਾਕੀ ਐਸੈਂਸ਼ੀਅਲ ਤੇ 40,000 ਇੰਟਰਨੈਸ਼ਨਲ ਗ੍ਰੈਜੂਏਟ ਸਟੂਡੈਂਟ। ਇੰਟਰਨੈਸ਼ਨਲ ਗ੍ਰੈਜੂਏਟ ਸਟੂਡੈਂਟ ਮਤਲਬ 2017 ਤੋਂ ਬਾਅਦ, 2017 ਤੋਂ ਬਾਅਦ, ਯਾਨੀ ਕਿ 2018, 2019 ਐਂਡ 2020 ਐਂਡ ਅੱਜ ਵਾਲਾ ਜਿਹੜਾ ਸਾਲ ਚੱਲ ਰਿਹਾ 2021, ਇਹ 4 ਸਾਲਾਂ 'ਚ ਜਿੰਨੇ ਕੈਨੇਡੀਅਨ ਡਿਪਲੋਮਾ ਉੱਥੇ ਆਪਣੀ ਕੈਨੇਡੀਅਨ ਪੜ੍ਹਾਈ, ਕੈਨੇਡੀਅਨ ਇੰਸਟੀਟਿਊਟ ਤੋਂ ਸਟੂਡੈਂਟ ਉੱਥੋਂ ਪੜ੍ਹਿਆ ਵਾ ਔਰ ਕੋ ਡਿਪਲੋਮਾ ਹੈ ਕਿ ਉਹਨੇ 2 ਸਾਲ ਦੀ ਉੱਥੇ ਪੜ੍ਹਾਈ ਕੀਤੀ ਹੈ, ਕਿਸੇ ਵੀ ਇੰਸਟੀਟਿਊਟ ਤੋਂ ਕੀਤੀ ਹੈ, ਚਾਹੇ ਉਹ ਪ੍ਰਾਈਵੇਟ ਹੈ, ਚਾਹੇ ਉਹ ਯੂਨੀਵਰਸਿਟੀ ਹੈ, ਚਾਹੇ ਉਹ ਪਬਲਿਕ ਕਾਲਜ ਹੈ, ਉੱਚ ਵਰਡ ਲਿਖਿਆ ਹੈ ਕੈਨੇਡੀਅਨ ਇੰਸਟੀਟਿਊਟ। ਜਿੰਨੇ ਕੈਨੇਡੀਅਨ ਇੰਸਟੀਟਿਊਟ ਤੋਂ ਆਪਣੀ ਪੜ੍ਹਾਈ ਕੰਪਲੀਟ ਕੀਤੀ ਹੈ, ਬਾਕੀ ਦੇ ਜਿਹੜੇ ਪੁਆਇੰਟਸ ਹੈਗੇ ਨੇ ਕਿ ਵੀ ਲੈਂਗੁਏਜ, ਇਨਐਡਮਿਸਿਬਿਲਿਟੀ, ਉਹ ਸਾਰੇ ਪੁਆਇੰਟ ਆਪਣੇ ਪੂਰੇ ਕਰਕੇ ਕਿ ਆਪਣੀ PR ਦੀ ਐਪਲੀਕੇਸ਼ਨ ਲਗਾ ਸਕਦਾ ਹੈ। ਇਹ ਕੈਟੇਗਰੀ ਸ਼ੁਰੂ ਹੋਏਗੀ 6 ਮਈ ਤੋਂ 5 ਨਵੰਬਰ 2021 ਦੇ ਅੰਦਰ।
ਹੁਣ ਇਹ 40,000 ਜਿਹੜਾ ਸਟੂਡੈਂਟ ਹੈਗਾ ਵਾ ਇਹਦੇ ਕੋਲ ਪਹਿਲੇ ਹੁੰਦਾ ਸੀ ਤੁਸੀਂ ਆਪਣੀ ਪੜ੍ਹਾਈ ਕੰਪਲੀਟ ਕਰੋ, ਪੜ੍ਹਾਈ ਕੰਪਲੀਟ ਕਰਕੇ ਜੀ ਆਪਣਾ ਵਰਕ ਪਰਮਿਟ ਲਵੋ, ਵਰਕ ਪਰਮਿਟ ਲੈ ਕਰਕੇ ਜੀ ਤੁਸੀਂ ਆਪਣੀ ਪੜ੍ਹਾਈ ਦੇ ਨਾਲ ਰਿਲੇਟਡ ਕੰਮ ਕਰੋ, ਪੁਆਇੰਟ ਪੂਰੇ ਕਰੋ। ਹੁਣ ਇਹਨਾਂ ਨੇ ਕਰਤਾ ਕਿ ਇਹ 5 ਮਈ 2021 6 ਮਈ 2021 ਤੋਂ 5 ਨਵੰਬਰ 2021 ਤੱਕ ਕਿ 2017 ਸਾਲ ਤੋਂ ਬਾਅਦ ਸਟੂਡੈਂਟ ਜਿਹੜਾ ਉੱਥੇ ਆਇਆ ਉਹਨੇ ਕੈਨੇਡੀਅਨ ਐਜੂਕੇਸ਼ਨ ਕੀਤੀ ਹੈ, ਆਪਣਾ ਇੰਗਲਿਸ਼ ਲੈਂਗੁਏਜ ਦੇ ਜਿਹੜਾ ਕ੍ਰਾਈਟੇਰੀਆ ਉਹਨੂੰ ਮੀਟ ਕਰ ਲੇ, ਕੈਨੇਡਾ 'ਚ ਬੈਠਾ ਹੋਣਾ ਚਾਹੀਦਾ ਸਟੂਡੈਂਟ, ਨਾਲ ਦੇ ਨਾਲ ਇਨਐਡਮਿਸਿਬਿਲਿਟੀ ਉਹਦੀ ਨਹੀਂ ਹੋਣੀ ਚਾਹੀਦੀ, ਉਹ ਆਪਣੀ PR ਦੀ ਐਪਲੀਕੇਸ਼ਨ ਲਾ ਸਕਦਾ। ਸੋ ਜਿਹੜੇ ਸਟੂਡੈਂਟ ਜਿਨ੍ਹਾਂ ਨੇ ਫੋਰ ਐਗਜ਼ਾਮਪਲ ਆਪਾਂ ਇੱਕ ਹਾਈਪੋਥੈਟੀਕਲ ਐਗਜ਼ਾਮਪਲ ਲੈ ਲੈਂਦੇ ਹਾਂ ਕਿ ਇੱਕ ਸਟੂਡੈਂਟ ਲੈਟਸ ਸੇ BC ਦੇ ਵਿੱਚ ਪੜਨ ਗਿਆ, ਵੈਨਕੂਵਰ ਦੇ ਵਿੱਚ ਜਾਂ ਸਰੀ ਦੇ ਵਿੱਚ ਪੜਿਆ, ਉਹਨੂੰ ਕਿਸੇ ਵੇਲੇ ਉਹਦੇ ਪੁਆਇੰਟ ਪੂਰੇ ਨਹੀਂ ਸੀ ਹੁੰਦੇ ਤੇ ਉਹ ਪੁਆਇੰਟ ਪੂਰੇ ਕਰਨ ਵਾਸਤੇ ਰੀਜਨਲ ਏਰੀਆ ਯਾਨੀ ਕਿ ਕੋਈ ਮੈਨੀਟੋਬਾ ਜਾਂਦਾ ਸੀਗਾ, ਕੋਈ ਐਡਮਿੰਟਨ ਜਾਂਦਾ ਸੀਗਾ, ਕੋਈ ਕਿਤੇ ਜਾਂਦਾ ਸੀਗਾ ਕਿ ਮੈਂ 1 ਸਾਲ ਦਾ ਇੱਥੇ ਵਰਕ ਐਕਸਪੀਰੀਅੰਸ ਲੈ ਲਾਂ, ਮੇਰੇ ਪੁਆਇੰਟ ਪੂਰੇ ਹੋ ਜਾਣਗੇ, ਮੁੜ ਤੋਂ ਮੈਂ PNP 'ਚ ਆਪਣੀ ਫਾਈਲ ਲਗਾ ਲੂੰਗਾ ਜਾਂ ਕਿਸੇ ਹੋਰ ਕੈਟੇਗਰੀ 'ਚ ਫਾਈਲ ਲਗਾ ਲਾਂਗਾ ਤੇ ਮੇਰੇ ਪੁਆਇੰਟ ਪੂਰੇ ਹੋ ਜਾਣਗੇ ਕਿ ਮੈਂ PR ਮੈਨੂੰ ਮਿਲ ਜਾਏਗੀ। ਸੋ ਇਹ ਕੱਲ ਜਸਟਿਨ ਟਰੂਡੋ ਸਰਕਾਰ ਨੇ ਜਿਹੜਾ ਕਹਿ ਲਓ ਕਿ ਕੋਵਿਡ ਦੇ ਚੱਲਦੇ ਹੋਏ ਜਿਹੜੇ ਫਰੰਟ ਲਾਈਨ ਵਰਕਰਸ ਹੈ ਇੱਕ ਰਿਵਾਰਡ ਦੇ ਰੂਪ ਦੇ ਵਿੱਚ 50,000 ਫਰੰਟ ਲਾਈਨ ਵਰਕਰਸ ਨੂੰ ਇਹ ਤੋਹਫਾ ਦਿੱਤਾ ਹੈ, ਨਾਲ ਦੇ ਨਾਲ 40,000 ਸਟੂਡੈਂਟ ਕਿ ਜਿਹੜਾ ਕਿ ਟਿਕਿਆ ਰਿਹਾ ਕਿ ਕੋਵਿਡ ਦੇ ਦੌਰਾਨ ਉਹ ਉੱਥੋਂ ਗਿਆ ਨਹੀਂ ਐਂਡ ਉੱਥੇ ਹੀ ਆਪਣੀ ਸਟੱਡੀਜ਼ ਕੰਪਲੀਟ ਕੀਤੀ ਹੈ। ਇਹ ਉਹਨਾਂ ਵਾਸਤੇ ਇੱਕ ਅਪੋਰਚੁਨਿਟੀ ਹੈ ਜੀ। ਇਹਦੇ ਉੱਤੇ ਇੱਕ ਸਵਾਲ ਆ ਜਾਂਦਾ ਹੈ ਕਿ ਅੱਜ ਸਵੇਰ ਤੋਂ ਅਸੀਂ ਡਿਸਕਸ ਕਰ ਰਹੇ ਸੀਗੇ ਕਿ ਇਹ ਵਾਲਾ ਫੈਸਲਾ ਲੈਣ ਦੀ ਕੀ ਜ਼ਰੂਰਤ ਪਈ, ਕਿ ਇਦਾਂ ਦਾ ਕੀ ਸੀਗਾ ਕਿ ਵੀ ਇਹ ਹੋਰ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਅਟਰੈਕਟ ਕਰਨ ਵਾਸਤੇ ਹੈ ਕਿ ਐਕਨੋਲੇਜ ਕਰਨ ਵਾਸਤੇ ਹੈ ਕਿ ਵਾਟ ਇਜ਼ ਦ ਮੇਨ ਰੀਜ਼ਨ ਫॉर द गवर्नमेंट लाइक कनेडियन गवर्नमेंट की भी ਜਿਹੜੀ ਆਲਰੇਡੀ ਬੜੀ ਪ੍ਰੋ ਹੈ ਕਿ ਤੁਸੀਂ ਪੱਕੇ ਤੌਰ ਤੇ ਆ ਸਕਦੇ ਹੋ, ਤੁਸੀਂ ਇੱਥੇ ਕੰਮ ਕਰਨ ਆ ਸਕਦੇ ਹੋ, ਤੁਸੀਂ ਪੜ੍ਹਾਈ ਤੌਰ ਤੇ ਆ ਸਕਦੇ ਹੋ, ਇਦਾਂ ਦੀ ਸਰਕਾਰ ਨੂੰ ਦੁਬਾਰਾ ਇਹ ਵਾਲਾ ਇੱਕ ਹੋਰ ਨਵਾਂ ਡਿਸੀਜਨ ਲੈਣ ਦੀ ਕੀ ਜ਼ਰੂਰਤ ਪਈ ਹੈ ਕਿ ਹੋਰ ਤੁਸੀਂ 40,000 ਸਟੂਡੈਂਟ ਨੂੰ ਪੱਕਾ ਕਰ ਰਹੇ ਹੈਗੇ ਹੋ। ਉਹਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਉਹ ਰੀਜ਼ਨ ਇਹ ਹੈ ਕਿ ਜਦੋਂ ਇਹ ਸਾਲ ਸ਼ੁਰੂ ਹੋਇਆ ਸੀਗਾ, ਜੇਕਰ ਅਸੀਂ ਜਨਵਰੀ ਦੇ ਆਰਟੀਕਲ ਪੜ੍ਹ ਲਈਏ, ਸਾਲ 2021 ਦਾ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਸੀਗਾ ਕਿ ਅਸੀਂ ਇਸ ਸਾਲ 4,01,000 ਬੰਦਾ ਪਰਮਾਨੈਂਟ ਰੈਜ਼ੀਡੈਂਟ ਤੌਰ ਦੇ ਉੱਤੇ ਇੱਥੇ ਲੈ ਕੇ ਆਵਾਂਗੇ, ਇਮੀਗ੍ਰੈਂਟਸ ਇੱਥੇ ਲੈ ਕੇ ਆਵਾਂਗੇ। ਹੇਅਰ ਵੀ ਆਰ ਨਾਟ ਟਾਕਿੰਗ ਅਬਾਊਟ ਸਟੂਡੈਂਟ, ਇੱਥੇ ਅਸੀਂ ਪਰਮਾਨੈਂਟ ਟੈਂਪਰੇਰੀ ਵਰਕਰ ਬਾਰੇ ਗੱਲ ਨਹੀਂ ਕਰ ਰਹੇ, ਅਸੀਂ ਗੱਲ ਕਰ ਰਹੇ ਹਾਂ ਪਰਮਾਨੈਂਟ ਰੈਜ਼ੀਡੈਂਟ 4,01,000 ਬੰਦਾ ਲੈ ਕੇ ਆਵਾਂਗੇ। ਜਨਵਰੀ ਔਰ ਫੈਬਰਵਰੀ ਦੇ ਜੇਕਰ ਅਸੀਂ ਆંકੜੇ ਦੇਖ ਲਈਏ ਤੇ 50,000 ਬੰਦਾ ਆਲਰੇਡੀ ਇਹ ਪੱਕੇ ਤੌਰ ਤੇ ਇੱਥੇ ਲਿਆ ਚੁੱਕੇ ਹੋਏ ਨੇ। ਹੁਣ ਬਾਕੀ ਦਾ ਕਿਉਂਕਿ ਅਜੇ ਤੱਕ ਮਾਰਚ ਦੇ ਆંકੜੇ ਸਾਹਮਣੇ ਨਹੀਂ ਆਏ ਕਿ ਵੀ ਮਾਰਚ ਦੇ ਵਿੱਚ ਕਿੰਨਾ ਪਰਮਨੈਂਟ ਰੈਜ਼ੀਡੈਂਟ ਆਇਆ, ਸੋ ਜਨਵਰੀ ਫੈਬਰਵਰੀ ਦੀਆਂ ਰੀਅਲ ਨੰਬਰ ਸਾਹਮਣੇ ਹੈਗੇ, ਸੋ ਮੈਂ ਉਹੀ ਨੰਬਰਸ ਬੋਲ ਰਿਹਾ। ਸੋ ਇਹਨਾਂ ਨੇ ਇਹ ਚੀਜ਼ ਕੀ ਕਿ ਕਿਉਂਕਿ ਅੱਜ ਦੀ ਡੇਟ 'ਚ ਵੀ ਅੱਜ ਅਸੀਂ April 14 ਦੇ ਉੱਤੇ 15 ਤੇ ਬੈਠੇ ਆ ਤੇ ਅੱਜ ਵੀ ਟਰੈਵਲ ਰਿਸਟ੍ਰਿਕਸ਼ਨਸ ਹੈ, ਅੱਜ ਵੀ ਪ੍ਰੋਸੈਸਿੰਗ ਦੇ ਵਿੱਚ ਡਿਲੇ ਹੈ। ਸੋ ਜਿਹੜਾ ਸਟੂਡੈਂਟ ਆਲਰੇਡੀ ਇਨ ਕੰਟਰੀ ਬੈਠਾ ਹੋਇਆ ਇਹ 40,000 ਸਟੂਡੈਂਟ ਤੇ ਉਹੀਓ ਨਿਕਲ ਗਿਆ ਜੀ, ਇਹ ਵੀ 40,000 ਸਟੂਡੈਂਟ ਫਿਰ ਚੋਂ ਪੱਕਾ ਕਰ ਲੈਣੇ ਆ। ਸੋ ਵਿਚ ਮੀਨਸ ਇਟਸ ਅ ਕਲੀਅਰ ਸਿਗਨਲ ਕਿ 4,01,000 ਇਮੀਗ੍ਰੈਂਟ ਦਾ ਟਾਰਗੇਟ ਗਵਰਨਮੈਂਟ ਨਹੀਂ ਡ੍ਰੌਪ ਕਰ ਰਹੀ ਡਿਸਪਾਈਟ ਆਫ ਵਟ ਐਵਰ ਦਾ ਸਰਕਮਸਟੈਂਸਿਸ ਆ। ਦੂਜੀਆਂ ਜਿਹੜੀਆਂ 3 ਕੈਟੇਗਰੀ ਹੈ ਜੇ ਅਸੀਂ ਉਹਨਾਂ ਦੀ ਗੱਲ ਕਰੀਏ, ਜਿਹੜੇ ਬੰਦਿਆਂ ਨੂੰ ਫ੍ਰੈਂਚ ਬੋਲਣੀ ਆਉਂਦੀ ਹੈ, ਜਿਹੜੇ ਸਟੂਡੈਂਟਸ ਨੂੰ ਫ੍ਰੈਂਚ ਬੋਲਣੀ ਆਉਂਦੀ ਹੈ ਜਾਂ ਫ੍ਰੈਂਚ 'ਚ ਐਜੂਕੇਸ਼ਨ ਉਹਨਾਂ ਦੀ ਹੋਈ ਹੈ ਜਾਂ ਫ੍ਰੈਂਚ ਬੋਲ ਸਕਦੇ ਨੇ, ਸਰਟੀਫਾਈਡ ਨੇ ਐਂਡ ਉਹਨਾਂ ਦੇ ਕੋਲ ਕੋਈ ਡਾਕੂਮੈਂਟੇਸ਼ਨ ਹੈ, ਉਹਨਾਂ ਵਾਸਤੇ ਕੋਈ ਕੈਪ ਨਹੀਂ ਹੈਗਾ। ਉਹ ਲੱਖ ਬੰਦਾ ਵੀ ਹੋ ਸਕਦਾ, ਉਹ 2 ਲੱਖ ਬੰਦਾ ਵੀ ਹੋ ਸਕਦਾ, ਉਹ 10,000 ਬੰਦਾ ਵੀ ਹੋ ਸਕਦਾ ਹੈ। ਇਹਦੇ ਵਿੱਚ ਸਿਰਫ ਇੱਕੋ ਚੀਜ਼ ਦਾ ਖਿਆਲ ਰੱਖਣ ਦੀ ਲੋੜ ਹੈ ਕਿ ਜਿਹੜੀ ਇਹ ਬਾਕੀ ਦੀਆਂ 3 ਕੈਟੇਗਰੀਜ਼ ਹੈ ਉਹ ਕਹਿੰਦੇ ਆ ਐਕਸੈਪਟ ਕਿਊਬਿਕ, ਮਤਲਬ ਕਿਊਬਿਕ ਦਾ ਰੈਜ਼ੀਡੈਂਟ ਬੰਦਾ ਨਹੀਂ ਹੋਣਾ ਚਾਹੀਦਾ। ਬਾਕੀ ਆਪਣੇ ਬੰਦੇ ਜਿਹੜੇ ਮੈਨੀਟੋਬਾ ਬੈਠੇ ਨੇ, BC 'ਚ ਬੈਠੇ ਨੇ, ਓਨਟਾਰੀਓ 'ਚ ਬੈਠੇ ਹੋਏ ਨੇ ਜਾਂ ਨੋਵਾ ਸਕੋਸ਼ੀਆ ਦੇ ਵਿੱਚ ਬੈਠੇ ਨੇ, ਨਿਊ ਫਿਨਲੈਂਡ ਦੇ ਵਿੱਚ ਬੈਠੇ ਨੇ, ਹਰ ਬੰਦਾ ਆਪਣੇ ਇਹ ਵਾਲੀ ਕੈਟੇਗਰੀ ਦੇ ਤਹਿਤ ਅਪਲਾਈ ਕਰ ਸਕਦਾ ਹੈ ਜੀ। ਪੱਟੀ ਸਾਹਿਬ, ਇੱਥੇ ਇੱਕ ਸਵਾਲ ਇਹ ਪੈਦਾ ਹੁੰਦਾ ਕਿ ਤੁਸੀਂ 40,000 ਦਾ ਅੰਕੜਾ ਦੱਸਿਆ, ਫਾਈਲ ਸਬਮਿਟ ਕਰਨ ਦੀ ਤਰੀਕ ਵੀ ਤੁਸੀਂ ਦੱਸਦੀ ਕਿ ਸਟਾਰਟਿੰਗ ਡੇਟ ਆ ਹੋਊਗੀ, ਕੀ ਇਹ ਪਹਿਲਾਂ ਆਓ ਤੇ ਪਹਿਲਾਂ ਪਾਓ ਦੇ ਹਿਸਾਬ ਦੇ ਨਾਲ ਹੋਣਾ ਕਿ ਜਿਹਨੇ ਪਹਿਲਾਂ ਫਾਈਲ ਸਬਮਿਟ ਕਰ ਦਿੱਤੀ, ਜਾਂ ਫਿਰ ਉਹਦੇ ਵਿੱਚ ਕੋਈ ਹੋਰ ਤਰੀਕਾ ਹੋਣਾ? ਮੰਨ ਲਓ ਕਿ ਫਾਈਲਾਂ 60,000 ਆ ਜਾਂਦੀਆਂ, 50,000 ਆ ਜਾਂਦੀਆਂ, ਕੋਟੇ ਤੋਂ ਵੱਧ ਆ ਜਾਂਦੀਆਂ, ਉਹਦੇ ਵਿੱਚੋਂ ਕਿਹੜੇ ਬੰਦੇ ਦੀ ਚੋਣ ਕੀਤੀ ਜਾਣੀ ਹੈ? ਕਿੰਨੀ ਕੁ ਚੀਜ਼ ਕਲੀਅਰ ਹੋਈ ਹੈ ਜੀ?
ਦੇਖੋ ਜੀ, ਇਹਦੇ ਵਿੱਚ ਅਜੇ ਕੱਲ ਰਾਤ ਦੀ ਗੱਲ ਹੈ, ਅਸੀਂ ਅੱਜ ਸਵੇਰੇ ਸ਼ੋਅ ਕਰ ਰਹੇ ਹਾਂ, 24 ਘੰਟੇ ਵੀ ਨਹੀਂ ਹੋਏ ਇਸ ਅਨਾਉਂਸਮੈਂਟ ਹੋਈ ਨੂੰ। ਇਹਦੇ ਵਿੱਚ ਬਹੁਤ ਸਿੰਪਲ ਹੈ, ਜੋ ਮੇਰਾ ਐਕਸਪੀਰੀਅੰਸ ਰਿਹਾ ਕੈਨੇਡੀਅਨ ਇਮੀਗ੍ਰੇਸ਼ਨ ਦੇ ਨਾਲ, ਉਹ ਇੱਕੋ ਚੀਜ਼ ਦਾ ਫਰਸਟ ਕਮ ਫਰਸਟ ਸਰਵ ਬੇਸਿਸ। ਚਾਹੇ ਉਹ ਅਸੀਂ ਇੰਸਟੀਚਿਊਟ ਦੀ ਗੱਲ ਕਰ ਲਈਏ, ਕੈਨੇਡੀਅਨ ਇੰਸਟੀਚਿਊਟ, ਕਿ ਜੇਕਰ ਇੱਕ ਇੰਸਟੀਚਿਊਟ 'ਚ 100 ਸੀਟਾਂ ਹੈ ਤੇ ਭਾਈ ਉੱਤੇ 150 ਬੰਦਾ ਅਪਲਾਈ ਕਰ ਰਿਹਾ, ਜਿਹੜਾ ਬੰਦਾ ਪਹਿਲੇ ਅਪਲਾਈ ਕਰ ਰਿਹਾ ਉਹਨੂੰ ਹੀ ਆਫਰ ਲੈਟਰ ਮਿਲ ਰਹੀ ਹੈ। ਸੋ ਵਾਈਸਾ ਵਰਸਾ, ਜੇ ਅਸੀਂ CIC ਜਾਂ IRCC ਦੀ ਅਸੀਂ ਗੱਲ ਕਰ ਲਈਏ, 6 ਮਈ ਤੋਂ ਲੈ ਕੇ 5 ਨਵੰਬਰ ਤੱਕ ਦੀ ਡੇਟ ਹੈ। ਹੁਣ ਜੋ ਲੱਗ ਰਿਹਾ ਹੈ, ਜਿਹੜੇ ਸਟੂਡੈਂਟ ਦੇ ਡਾਕੂਮੈਂਟੇਸ਼ਨ ਰੈਡੀ ਹੈ, ਫॉर एग्जांपल ਉਹਦੀ ਲੈਂਗੁਏਜ ਪ੍ਰੋਫੀਸ਼ੀਐਂਸੀ ਦੇ ਵਿੱਚ ਉਹਦੇ ਕੋ IELTS ਦਾ ਕੋਰਸ, IELTS ਦਾ ਉਹਦਾ ਟੈਸਟ ਵੈਲਿਡ ਹੈ, ਉਹਦੇ ਕੋ 2 ਸਾਲ ਦਾ ਡਿਪਲੋਮਾ ਹੈ ਜੀ। ਤਕਨੀਕੀ ਕਾਰਨਾਂ ਦੇ ਕਰਕੇ ਭੱਟੀ ਸਾਹਿਬ ਦੀ ਆਵਾਜ਼ ਸਾਡੇ ਤੱਕ ਨਹੀਂ ਪਹੁੰਚ ਰਹੀ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਦੁਬਾਰਾ ਉਹਨਾਂ ਦੇ ਨਾਲ ਜੁੜ ਜਾਈਏ। ਬਹੁਤ ਸਾਰੇ ਸਵਾਲ ਨੇ ਭੱਟੀ ਸਾਹਿਬ, ਪਲੀਜ਼ ਜਾਰੀ ਰੱਖਿਓ ਜੀ। ਸੋ ਮੈਂ ਇਹ ਕਹਿ ਰਿਹਾ ਸੀਗਾ ਕਿ ਵੀ ਇਹ ਜਿਹੜੀ ਫਰਸਟ ਕਮ ਫਰਸਟ ਸਰਵ ਬੇਸਿਸ ਤੇ ਹੀ ਮੈਂ ਅਜ਼ਿਊਮ ਕਰ ਰਿਹਾ, ਅਜ਼ਿਊਮ ਮਤਲਬ ਮੈਂ ਮੰਨਦਾ ਵਾਂ, ਮੇਰਾ ਤਜਰਬਾ ਇਹ ਕਹਿੰਦਾ, ਰਿਐਲਿਟੀ ਕੁਝ ਹੋਰ ਵੀ ਹੋ ਸਕਦੀ ਹੈ। 40,000 ਦਾ ਕੈਪ ਲੱਗਣ ਦਾ ਮਤਲਬ ਹੀ ਭਾਜੀ ਇਹ ਹੈ ਫਰਸਟ ਕਮ ਫਰਸਟ ਸਰਵ ਬੇਸਿਸ, ਕਿਉਂਕਿ ਜੇਕਰ ਕੈਪ ਨਹੀਂ ਹੁੰਦਾ ਤੇ ਅਸੀਂ ਇਹ ਗੱਲ ਮੰਨ ਸਕਦੇ ਸੀਗੇ ਕਿ ਜੀ 6 ਨਵੰਬਰ ਤੱਕ ਜਿਹੜੇ 5 ਨਵੰਬਰ ਤੱਕ ਜਿਹੜੇ ਬੰਦੇ ਅਪਲਾਈ ਕਰਨਗੇ ਸਾਰਿਆਂ ਦੀ ਵਾਰੀ ਆ ਜਾਏਗੀ। ਇਹ ਇਸ ਤਰੀਕੇ ਦੇ ਨਾਲ ਨਹੀਂ ਹੈ। ਇਹਦੇ ਵਿੱਚ ਹੈ ਕਿ ਜਿਸ ਦਿਨ 40,000 ਤੁਸੀਂ ਅਪਲਾਈ ਤੇ ਦੇਖਿਓ, ਲੱਖ ਬੰਦਾ ਵੀ ਕਰੇਗਾ, ਫਾਈਲਾਂ 40,000 ਹੀ ਚੁੱਕੀਆਂ ਜਾਣਗੀਆਂ। ਸੋ ਸਾਰਿਆਂ ਨੂੰ ਇਹੀ ਰਾਏ ਹੈ, ਫਰਸਟ ਕਮ ਫਰਸਟ ਸਰਵ ਬੇਸਿਸ ਦੇ ਉੱਤੇ ਬਲੀਵ ਕਰੋ। ਐਂਡ ਜੇ ਡਾਕੂਮੈਂਟੇਸ਼ਨ ਕੰਪਲੀਟ ਹੈ, ਟਾਈਮ ਨਾ ਲਗਾਓ, ਆਪਣੀ ਐਪਲੀਕੇਸ਼ਨ ਸਬਮਿਟ ਕਰਕੇ ਕਿਊ ਚ ਆ ਜਾਓ ਜੀ। ਭੱਟੀ ਸਾਹਿਬ, ਇੱਥੇ ਇੱਕ ਸਵਾਲ ਸਟੂਡੈਂਟਸ ਤੋਂ ਬਿਨਾਂ ਇੱਕ ਹੋਰ ਹੈ ਕਿ ਜਿਹੜੇ ਬਾਕੀ ਐਸੈਂਸ਼ੀਅਲ ਸਰਵਿਸਿਜ਼ ਵਾਲੇ ਆ ਜਾਂ ਕੋਈ ਹੋਰ ਬੰਦੇ ਨੇ, ਉਹਨਾਂ ਦੀਆਂ ਜਿਹੜੀਆਂ ਵੱਖ-ਵੱਖ ਕੈਟਾਗਰੀਜ਼ ਨੇ, ਜੇ ਉਹਨਾਂ ਨੇ ਪਹਿਲਾਂ ਕਿਤੇ ਅਪਲਾਈ ਕੀਤਾ ਹੈ, ਕਿਸੇ ਨੇ PNP ਲਈ ਕੀਤਾ ਹੈ, ਕਿਸੇ ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਿੱਚ ਕੀਤਾ, ਕੀ ਉਹ ਵੀ ਅਪਲਾਈ ਕਰ ਸਕਦੇ ਆ? ਜੇ ਅਪਲਾਈ ਕਰ ਸਕਦੇ ਆ, ਕੀ ਉਹਨਾਂ ਨੂੰ ਪਹਿਲੀਆਂ ਫਾਈਲਾਂ ਵਾਪਸ ਲੈਣੀਆਂ ਪੈਣਗੀਆਂ? ਜਾਂ ਜੇ ਉਹ ਅਪਲਾਈ ਕਰਦੇ ਆ ਤਾਂ ਕੀ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਆਟੋਮੈਟਿਕਲੀ ਜਿਹੜੀਆਂ ਉਧਰਲੇ ਪਾਸਿਓਂ ਰੱਦ ਸਮਝੀਆਂ ਜਾਣਗੀਆਂ? ਉਹ ਚੀਜ਼ ਨੂੰ ਸਮਝਾ ਦਿਓ ਜੀ। The beauty of the law is ਕਿ ਇਹ ਹਰ ਵਾਰ ਚੇਂਜ ਹੁੰਦਾ ਹੈ, ਇਹ ਬਿਊਟੀ ਹੈ ਕਾਨੂੰਨ ਦੀ। ਐਂਡ ਉਹਦੇ ਚ ਕੀ ਹੈ, ਜੋ ਇਹ ਤੁਸੀਂ ਪੁੱਛਿਆ ਬੜਾ ਟੈਕਨੀਕਲ ਜਿਹਾ ਕੁਐਸਚਨ ਪੁੱਛਿਆ, ਜੇਕਰ ਮੇਰੀ ਅੱਜ ਫਾਈਲ ਲੱਗੀ ਹੋਈ ਹੈ, ਲੈਟਸ ਸੇ ਐਕਸਪ੍ਰੈਸ ਐਂਟਰੀ ਦੇ ਵਿੱਚ ਲੱਗੀ ਹੈ, ਕੈਨੇਡੀਅਨ ਕਲਾਸ ਲੱਗੀ ਹੈ, ਜਾਂ PNP ਚ ਲੱਗੀ ਹੈ, ਜਾਂ ਮੇਰੀ ਟੈਂਪਰੇਰੀ ਵਰਕ ਪਰਮਿਟ ਵਾਸਤੇ ਲੱਗੀ ਹੈ, ਅੱਜ ਮੇਰੇ ਕੋਲ ਇੱਕ ਹੋਰ ਅਪੋਰਚੁਨਿਟੀ ਆ ਗਈ ਹੈ, ਕੀ ਮੈਂ ਇਹਦੇ ਵਿੱਚ ਅਪਲਾਈ ਕਰ ਸਕਦਾ? ਦਾ ਆਨਸਰ ਇਜ਼ ਯੈਸ। ਉਹਦੇ ਵਾਸਤੇ ਤੁਹਾਨੂੰ ਆਪਣੀ ਪਹਿਲੀ ਫਾਈਲ ਵਿਡਰਾਅ ਕਰਨ ਦੀ ਜ਼ਰੂਰਤ ਨਹੀਂ ਹੈ, ਕਿਉਂਕਿ ਇਹ ਅਪੋਰਚੁਨਿਟੀ ਤੁਹਾਨੂੰ ਗਵਰਨਮੈਂਟ ਵੱਲੋਂ ਮਿਲੀ ਹੈ। ਐਂਡ ਇਹ ਤੁਹਾਡਾ ਕੋਈ ਪਰਮਾਨੈਂਟ ਰੂਲ ਨਹੀਂ ਹੈ। ਇਹ ਰੂਲ ਜਿਹੜਾ ਵਾ 6 ਮਈ ਤੋਂ 5 ਨਵੰਬਰ ਤੱਕ ਹੈ, ਤਾਂ ਤੁਹਾਨੂੰ ਪਹਿਲੇ ਵਾਲੀ ਫਾਈਲ ਵਿਡਰਾਅ ਕਰਨ ਦੀ ਜ਼ਰੂਰਤ ਨਹੀਂ ਹੈ। ਉਹ ਕਿਉਂ ਜ਼ਰੂਰਤ ਨਹੀਂ ਹੈ? ਕਿਉਂਕਿ ਹੋ ਸਕਦਾ ਤੁਹਾਡੀ ਇਹ 40,000 ਚ ਜਾਂ 50,000, ਜੇਕਰ ਟੈਂਪਰੇਰੀ ਵਰਕਰ ਦੀ ਗੱਲ ਕਰ ਲਈਏ, ਹੋ ਸਕਦਾ ਉਹ ਟੈਂਪਰੇਰੀ ਵਰਕਰ 50,000 ਚ ਆਵੇ, ਹੋ ਸਕਦਾ ਉਹ 50,000 ਚ ਨਾ ਆਵੇ, ਲੇਟ ਹੋ ਜੇ। ਔਰ ਜੇ ਉਹ ਲੇਟ ਹੋ ਗਿਆ ਔਰ ਉਹਨੇ ਪਹਿਲੀ ਵਾਲੀ ਫਾਈਲ ਆਪਣੀ ਵਿਡਰਾਅ ਕਰ ਲਈ, he stand nowhere. So my advice is that the student or the applicant ਜਿਹੜੀ ਫਾਈਲ ਲੱਗੀ ਹੈ ਉਹ ਲੱਗੀ ਰਵੇ। ਇਹ ਵਾਲੀ ਫਾਈਲ ਜੇਕਰ ਉਹਦੇ ਡਾਕੂਮੈਂਟੇਸ਼ਨ ਐਂਡ ਕ੍ਰਾਈਟੇਰੀਆ ਮੀਟ ਕਰਦਾ ਹੈ ਤੇ ਅਪੋਰਚੁਨਿਟੀ ਇਸ ਟਾਈਮ ਦਾ ਫਾਇਦਾ ਜ਼ਰੂਰ ਉਹਨੂੰ ਲੈਣਾ ਚਾਹੀਦਾ ਜੀ। ਭੱਟੀ ਸਾਹਿਬ, ਸਵਾਲ ਇਹ ਆ ਕਿ ਬਹੁਤ ਸਾਰੇ ਆਪਣੇ ਜਿਹੜੇ ਬੱਚੇ ਨੇ ਜਾਂ ਬਹੁਤ ਸਾਰੇ ਲੋਕ ਜਿਹੜੇ ਪੰਜਾਬ ਤੋਂ ਆਏ ਹੋਏ ਨੇ, ਉਹ ਫੂਡ ਸਰਵਿਸਿਜ਼ ਦੇ ਵਿੱਚ ਕੰਮ ਕਰਦੇ ਆ। ਫੂਡ ਸਰਵਿਸਿਜ਼ ਆਪਣੇ ਆਪ ਦੇ ਵਿੱਚ ਇੱਕ ਦੁਚਿੱਤੀ ਵਾਲਾ ਮਸਲਾ ਹੈ ਕਿ ਕੋਈ ਬੱਚਾ ਜਿਹੜਾ ਉਹ ਮੈਕਡੋਨਲਡ ਦੇ ਉੱਤੇ ਸਾਲ ਹੋ ਗਿਆ, 1.25 ਸਾਲ ਹੋ ਗਿਆ, ਕੋਈ ਟਿਮ ਹੋਟਨ ਦੇ ਉੱਤੇ ਲੱਗਿਆ ਹੋਇਆ, ਕੀ ਉਹ ਇਸ ਕੈਟਾਗਰੀ ਦੇ ਵਿੱਚ ਆਉਂਦੇ ਆ ਜਾਂ ਫਿਰ ਤੁਹਾਡੇ ਕੋਲੇ ਆ ਕੇ ਪਤਾ ਲੱਗੂਗਾ ਕਿ ਉਹ ਕਿਸ ਸ਼੍ਰੇਣੀ ਚ ਆਉਂਦੇ ਆ ਜੀ? ਸਾਡੇ ਕੋਲ ਆਉਣ ਦੀ ਜ਼ਰੂਰਤ ਨਹੀਂ ਹੈ। CIC ਦੀ ਵੈਬਸਾਈਟ ਤੇ ਚਲੇ ਜਾਣ, 135 ਕੈਟਾਗਰੀ, 135 ਕੈਟਾਗਰੀਜ਼ ਹੈ ਜਿਹਦੇ ਤਹਿਤ ਸਟੂਡੈਂਟ ਅਪਲਾਈ ਕਰ ਸਕਦਾ ਹੈ। ਉਹਨੂੰ ਹੈਲਥ ਦੇ ਵਿੱਚ ਮੇਰਾ ਖਿਆਲ ਹੈ 90 ਕੈਟਾਗਰੀਜ਼ ਤੇ ਦੂਸਰੀਆਂ ਕੈਟਾਗਰੀਜ਼ ਜਿਹੜੀਆਂ ਮੈਂ 40 ਕੈਟਾਗਰੀ ਇੱਕ ਤੇ 95 ਕੈਟਾਗਰੀ ਇੱਕ। ਸੋ 40 ਕੈਟਾਗਰੀਆਂ ਹੈਲਥ ਇੱਕ ਬਹੁਤ ਵਾਸਟ ਇਹ ਕਹਿ ਲਓ ਕਿ ਇੰਡਸਟਰੀ ਹੈ। ਸੋ 40 ਕੈਟਾਗਰੀਜ਼ ਉਹਦੇ ਵਿੱਚ ਲਿਖੀਆਂ ਹੋਈਆਂ ਨੇ ਔਰ 95 ਕੈਟਾਗਰੀਜ਼ ਅਦਰ ਐਸੈਂਸ਼ੀਅਲ ਚ ਲਿਖੀਆਂ। ਸੋ ਜਿਹੜਾ ਬੰਦਾ, ਜਿੱਦਾਂ ਤੁਸੀਂ ਕਿਹਾ ਟਿਮ ਹੋਟਨ ਦੇ ਵਿੱਚ, ਹੁਣ ਟਿਮ ਹੋਟਨ ਚ ਉਹ ਕੀ ਕੰਮ ਕਰ ਰਿਹਾ ਸੀਗਾ, ਉਹ ਐਸੈਂਸ਼ੀਅਲ ਦੇ ਵਿੱਚ ਆਂਦਾ, ਉਹ ਕੈਟਾਗਰੀ ਜੇ ਐਸੈਂਸ਼ੀਅਲ ਚ ਆਂਦੀ ਹੈ। 135 ਕੈਟਾਗਰੀਆਂ ਟੋਟਲ ਹੈ। ਉਹ ਬੰਦਾ ਜੇਕਰ 135 ਕੈਟਾਗਰੀਜ਼ ਆਪਣੀ ਕੈਟਾਗਰੀ ਮੈਚ ਕਰ ਲੇ, ਜੇ ਉਹਦੀ ਕੈਟਾਗਰੀ ਉਹ 135 ਦੇ ਵਿੱਚ ਆਂਦੀ ਹੈ ਤੇ ਉਹ ਅਪਲਾਈ ਕਰ ਸਕਦਾ ਹੈ। ਜੀ ਜੀ ਸਾਹਿਬ। ਭੱਟੀ ਸਾਹਿਬ, ਸਵਾਲ ਥੋੜਾ ਜਿਹਾ ਹਟ ਗਿਆ ਜੀ ਅਗਲਾ। ਇਹ ਤੇ ਚਲੋ ਤੁਸੀਂ ਸਾਰਾ ਕੁਝ ਬੇਸਿਕਲੀ ਸਮਝਾ ਦਿੱਤਾ, ਗੱਲਬਾਤ ਕਲੀਅਰ ਹੋ ਹੀ ਗਈ ਇਸ ਮੁੱਦੇ ਤੇ। ਕਿਊਬਿਕ ਦੇ ਸਟੂਡੈਂਟਸ ਦੀਆਂ ਜਿਹੜੀਆਂ ਫਾਈਲਸ ਉਧਰ ਪੈਂਡਿੰਗ ਨੇ, 1.5 ਸਾਲ ਹੋ ਗਿਆ ਜੀ, ਉਹਨਾਂ ਦੇ ਕਾਫੀ ਕੰਸਰਨ ਆਏ ਸੀ ਪਿਛਲੇ ਦਿਨਾਂ ਦੇ ਵਿੱਚ ਕਿ ਉਹਨਾਂ ਦੀਆਂ ਫਾਈਲਸ ਕਦੋਂ ਪਿਕ ਹੋਣਗੀਆਂ।
ਜਾਂ ਉਹਨਾਂ ਦਾ ਨੰਬਰ ਕਦੋਂ ਆਊਗਾ? ਹੁਣ ਵੀ ਸਵਾਲ ਕਾਫੀ ਪੁੱਛ ਰਹੇ ਨੇ ਚੱਲਦੇ ਪ੍ਰੋਗਰਾਮ 'ਚ ਜੀ, ਜੇ ਉਹਨਾਂ ਬਾਰੇ ਕੁਝ ਸਪਸ਼ਟ ਹੋ ਸਕਦਾ ਹੋਵੇ। ਦੇਖੋ ਜੀ, ਉਹਦੇ ਵਿੱਚ ਮੈਂ ਵਰਡਸ ਕਿਸ ਤਰੀਕੇ ਦੇ ਨਾਲ ਰੱਖਾਂ, ਇਹਦੇ 'ਚ ਮੈਂ ਇੱਕੋ ਚੀਜ਼ ਕਹਾਂਗਾ, that is ਕਿ ਜਿਹੜੇ ਕਾਲਜਸ ਦੇ ਵਿੱਚ ਫਾਈਲ ਲਗਾਈ ਹੈ, ਮੈਂ ਅਸਿਊਮ ਕਰ ਰਿਹਾ ਤੁਸੀਂ ਇਹ ਸਵਾਲ ਪੁੱਛ ਰਹੇ ਹੋ ਕਿ ਜਿਹੜੇ ਸਟੂਡੈਂਟ ਨੇ ਕਿਊਬਿਕ ਦੇ ਕਾਲਜਾਂ ਲਈ ਅਪਲਾਈ ਕੀਤਾ ਸੀਗਾ ਐਂਡ ਫਾਈਲਾਂ ਐਮਬੈਸੀ ਦੇ। ਜੀ, ਲੱਗਦਾ ਕਿ ਭੱਟੀ ਸਾਹਿਬ ਦੇ ਨਾਲ ਸਾਡੀ ਗੱਲਬਾਤ ਫਿਰ ਟੁੱਟ ਗਈ। ਤੁਹਾਡੇ ਬਹੁਤ ਸਾਰੇ ਸਵਾਲ ਆਏ ਨੇ ਕਿ ਆਸਟ੍ਰੇਲੀਆ ਦੇ ਵਿੱਚ ਜਿਨ੍ਹਾਂ ਦੇ ਕੋਲ ਐਕਸਪੀਰੀਅੰਸ ਹੈਗਾ ਕੀ ਉਹ ਅਪਲਾਈ ਕਰ ਸਕਦੇ ਆ। ਹਾਲਾਂਕਿ ਬੜਾ ਕਲੀਅਰ ਹੈ ਕਿ ਕੈਨੇਡਾ ਦੇ ਹੀ ਲੋਕਾਂ ਦੇ ਲਈ ਹੈ। ਵਿਦੇਸ਼ ਦੇ ਵਿੱਚੋਂ ਆ ਕੇ ਇਸ ਸਪੈਸ਼ਲ ਜਿਹੜਾ ਐਲਾਨ ਹੋਇਆ, ਅਨਾਉਂਸਮੈਂਟ ਹੋਈ ਹੈ, ਬਾਹਰਲੇ ਦੇਸ਼ਾਂ ਦੇ ਵਿੱਚੋਂ ਆ ਕੇ ਇੱਥੇ ਹੁਣ ਅਪਲਾਈ ਅਜੇ ਨਹੀਂ ਕੀਤਾ ਜਾ ਸਕਦਾ। ਜਿਨ੍ਹਾਂ ਵਿਦਿਆਰਥੀਆਂ ਦੀ ਸਟੱਡੀ ਚੱਲ ਰਹੀ ਹੈ, ਚਾਹੇ ਆਖਰੀ ਮੁਕਾਮ ਦੇ ਉੱਤੇ ਤੁਸੀਂ ਪਹੁੰਚ ਚੁੱਕੇ ਹੋ, ਫਿਰ ਵੀ ਅਪਲਾਈ ਜਿਹੜਾ ਉਹ ਨਹੀਂ ਕਰ ਸਕਦੇ। ਸੋ ਡੀਟੇਲ ਜਿਹੜੀ ਹੈ ਉਹ ਬਹੁਤ ਜ਼ਰੂਰੀ ਹੈ। ਪਰ ਜਿਸ ਤਰੀਕੇ ਉਹਨਾਂ ਨੇ ਕਿਹਾ ਕਿ ਹੋ ਸਕਦਾ ਕਿ ਤੁਸੀਂ ਇੱਕੋ ਥਾਂ ਦੇ ਉੱਤੇ ਕੰਮ ਕਰਦੇ ਹੋਵੋ, ਪਰ ਤੁਹਾਡਾ ਕੰਮ ਕਰਨ ਦਾ ਢੰਗ ਤਰੀਕਾ ਵੱਖਰਾ, ਤੁਹਾਡੀ ਡਿਊਟੀ ਵੱਖਰੀ ਹੈ। ਫਿਰ ਹੋ ਸਕਦਾ ਕਿ ਇੱਕ ਬੰਦਾ ਇਸ ਕੈਟਾਗਰੀ ਦੇ ਵਿੱਚ ਆ ਜਾਏ, ਦੂਸਰਾ ਬੰਦਾ ਉਸ ਕੈਟਾਗਰੀ ਦੇ ਵਿੱਚ ਜਿਹੜਾ ਉਹ ਨਾ ਆਏ। ਇਹਦੇ ਤੋਂ ਇਲਾਵਾ ਸਵਾਲ ਜਿਹੜੇ ਕਿਊਬਿਕ ਤੇ ਤਾਂ ਚਲੋ ਬਹੁਤ ਸਾਰੇ ਆ ਰਹੇ ਨੇ। ਇੱਕ ਇਹ ਵੀ ਸਵਾਲ ਆ ਰਿਹਾ ਹੈ ਕਿ ਜੇ ਕਿਸੇ ਦੇ ਕੋਲੇ ਜ਼ਿਆਦਾ ਪੁਰਾਣਾ ਕੈਨੇਡਾ ਦਾ ਐਕਸਪੀਰੀਅੰਸ ਹੈਗਾ ਪਰ ਉਹ ਕਿਸੇ ਹੋਰ ਕੰਟਰੀ ਦੇ ਵਿੱਚ ਜਾ ਚੁੱਕਿਆ, ਕੀ ਉਹ ਵਾਪਸ ਆ ਕੇ ਇਸ ਕੈਟਾਗਰੀ ਦੇ ਵਿੱਚ ਅਪਲਾਈ ਕਰ ਸਕਦਾ? ਹੋ ਸਕਦਾ ਕਿ ਬਹੁਤ ਸਾਰਾ ਜਿਹੜਾ ਉਹ ਅਜੇ ਕੰਮ ਕਲੀਅਰ ਹੀ ਨਾ ਹੋਇਆ ਹੋਵੇ, ਕਿਉਂਕਿ ਅਜੇ ਸਿਰਫ 24 ਘੰਟੇ ਹੋਏ ਨੇ ਤੇ ਚਾਰੇ ਪਾਸੇ ਜਿਹੜਾ ਰੌਲਾ ਰੱਪਾ ਪਿਆ ਹੋਇਆ। ਭੱਟੀ ਸਾਹਿਬ ਜੀ, ਤੁਸੀਂ ਕਿਊਬਿਕ ਬਾਰੇ ਜਾਣਕਾਰੀ ਦੇ ਰਿਹਾ ਸੀ ਜੀ। ਕਿਊਬਿਕ ਹੈ ਜਿਹੜਾ ਜੋਗਰਾਜ ਭਾਜੀ ਦਾ ਸਵਾਲ ਸੀਗਾ ਕਿ ਵੀ ਸਟੂਡੈਂਟ ਜਿਨ੍ਹਾਂ ਨੇ ਅਪਲਾਈ ਕੀਤੀਆਂ ਸਾਲ ਡੇਢ ਸਾਲ ਹੋ ਗਿਆ, ਉਹਨਾਂ ਦੀ ਫਾਈਲ ਪਿਕ ਨਹੀਂ ਹੋ ਰਹੀ। ਜੇਕਰ ਉਹਨਾਂ ਦਾ ਕਾਲਜ ਉਹ ਇਨਵੈਸਟੀਗੇਸ਼ਨ ਦੇ ਵਿੱਚ ਹੈ ਐਂਡ ਅੱਜ ਇੱਕ ਸਫੀਸ਼ੀਐਂਟ ਟਾਈਮ ਹੋ ਗਿਆ, ਜੇ ਉਹ ਮੇਰੀ ਫਾਈਲ ਹੈ ਮੈਂ ਇਹ ਤੇ ਐਡਵਾਈਜ਼ ਨਹੀਂ ਕਰਾਂਗਾ। ਜੇ ਉਹ ਮੇਰੀ ਫਾਈਲ ਹੈ ਤੇ ਮੈਂ ਹੁਣ ਇਹ ਤੋਂ ਜ਼ਿਆਦਾ ਵੇਟ ਨਾ ਕਰਕੇ ਵਿਡਰਾਅ ਕਰਕੇ ਦੁਬਾਰਾ ਕਿਸੇ ਕਾਲਜ ਦੇ ਵਿੱਚ ਫਾਈਲ ਪਾ ਲੂੰਗਾ, ਕਿਉਂਕਿ ਇਨਵੈਸਟੀਗੇਸ਼ਨ ਦਸੰਬਰ ਦੇ ਐਂਡ ਦੀ ਚੱਲਦੀ ਪਈ ਹੈ, ਅੱਜ ਅਪ੍ਰੈਲ ਹੋ ਗਈ ਹੈ। ਕਾਫੀ ਤਰੀਕੇ ਦੀਆਂ ਰਿਊਮਰਸ ਕਹਿ ਲਓ ਜਾਂ ਇਨਫੋਰਮੇਸ਼ਨ ਕਹਿ ਲਓ ਪਹੁੰਚ ਰਹੀ ਹੈ। ਸੋ ਮੈਂ ਪਾਰਟਿਕੂਲਰਲੀ ਕਿਸੇ ਦਾ ਨਾਮ ਨਾ ਲੈਂਦੇ ਹੋਏ ਸਟੂਡੈਂਟ ਦੇ ਉੱਤੇ ਛੱਡਾਂਗਾ ਕਿ ਇਹ ਸਟੂਡੈਂਟ ਦਾ ਆਪਣਾ ਡਿਸੀਜਨ ਹੈ ਕਿ ਸਟੂਡੈਂਟ ਕੀ ਕਰਨਾ ਚਾਹ ਰਿਹਾ। ਹੁਣ ਜੇਕਰ ਸਟੂਡੈਂਟ ਕਹੇ ਕਿ ਵੀ ਇਹ ਕਦੋਂ ਤੱਕ ਆ ਜਾਏਗਾ, ਇਹਦਾ ਜਵਾਬ ਆ ਜਾਏਗਾ, ਕਿਸੇ ਨੂੰ ਨਹੀਂ ਪਤਾ। ਸੋ ਟੈਕਨੀਕਲੀ ਗੱਲ ਤੇ ਇਹੀ ਹੈ, ਅੱਜ ਮੈਂ ਜੇਕਰ ਕਿਤੇ ਪੜ੍ਹਾਈ ਕਰਨ ਜਾ ਰਿਹਾ, 2 ਸਾਲ ਉੱਥੇ ਪੜ੍ਹਨਾ ਹੈ ਔਰ ਗਵਰਨਮੈਂਟ ਉਹ ਤੇ ਇਨਵੈਸਟੀਗੇਸ਼ਨ ਕਰ ਰਹੀ ਹੈ, ਜਦ ਤੱਕ ਇਨਵੈਸਟੀਗੇਸ਼ਨ ਨਹੀਂ ਕਲੀਅਰ ਹੋ ਜਾਏਗੀ, ਉਹ ਕਲੀਨ ਚਿੱਟ ਲੈ ਕੇ ਬੰਦਾ ਬਾਹਰ ਨਹੀਂ ਆਏਗਾ ਉਹ ਇੰਸਟੀਚਿਊਟ, ਤੇ ਉਹਦੇ ਵਿੱਚ ਹੀ ਜੇਕਰ ਉਹ ਵੀਜ਼ਾ ਦੇ ਦੇਣਗੇ ਤਾਂ ਦੈਟ ਮੀਨਸ ਉਹ ਮੇਰੀ ਜ਼ਿੰਦਗੀ ਨਾਲ ਖਿਲਵਾੜ ਕੀਤਾ ਜਾ ਰਿਹਾ। ਸੋ ਜਿਸ ਕਰਕੇ ਸਾਰੀਆਂ ਫਾਈਲਾਂ ਇਸ ਵੇਲੇ ਹੋਲਡ ਤੇ ਹੈ, ਮੈਂ ਅਸਿਊਮ ਕਰ ਰਿਹਾ। ਸੋ ਇਹ ਸਟੂਡੈਂਟ ਦਾ ਆਪਣਾ ਫੈਸਲਾ ਹੈ ਕਿ ਵੀ ਕਾਫੀ ਸਟੂਡੈਂਟਸ ਨੇ ਇੱਥੇ ਦੇਖਿਆ ਸੀਗਾ ਚੰਡੀਗੜ੍ਹ VFS ਦੇ ਵਿੱਚ ਪ੍ਰੋਟੈਸਟ ਵਗੈਰਾ ਵੀ ਕੀਤਾ ਸੀਗਾ, ਚਿੱਠੀ ਵੀ ਦਿੱਤੀ, ਤੇ ਮੈਂ ਉਦੋਂ ਇੱਕ ਚੀਜ਼ ਕਹਿ ਰਿਹਾ ਸੀ ਕਿ ਹਾਈ ਕਮਿਸ਼ਨ ਦੇ ਆਪਣੇ ਹੱਥ 'ਚ ਹੈ, ਉਹ ਅੱਧੇ ਮਿੰਟ ਦੇ ਅੰਦਰ ਅੰਦਰ ਸਾਰੀਆਂ ਐਪਲੀਕੇਸ਼ਨ ਰਿਜੈਕਟ ਵੀ ਕਰ ਸਕਦੇ ਹੈ, ਕਿਉਂਕਿ ਉਹਨਾਂ ਨੂੰ ਕੁਝ ਸੋਚਣਾ ਨਹੀਂ ਪਏਗਾ। ਬਟ ਜੇਕਰ ਉਹ ਤੁਹਾਡਾ ਡਿਸੀਜਨ ਰੋਕਿਆ ਹੋਇਆ, ਦੈਟ ਮੀਨਸ ਕਿ ਵੀ ਸਟਿਲ ਦੇ ਆਰ ਵਰਿਡ ਅਬਾਊਟ ਯੂ, ਕਿਉਂਕਿ ਕੈਨੇਡੀਅਨ ਇਮੀਗ੍ਰੇਸ਼ਨ ਇੱਕ ਏਦਾਂ ਦੀ ਹੈ ਜਿਹੜੀ ਕਿ ਸਟੂਡੈਂਟ, ਵਰਕਰ, ਇਮੀਗ੍ਰੈਂਟ ਦੇ ਹੱਕ ਦੀ ਹੈ, ਉਹਨਾਂ ਦੇ ਓਪੋਜ਼ਿਟ ਕਦੀ ਵੀ ਨਹੀਂ ਖੜੀ। ਸੋ ਜੇਕਰ ਅੱਜ ਇਨਵੈਸਟੀਗੇਸ਼ਨ ਚੱਲ ਰਹੀ ਹੈ ਤੇ ਸਟੂਡੈਂਟ ਨੂੰ ਜਾਂ ਪੇਸ਼ੈਂਸ ਰੱਖਣ ਜਾਂ ਆਪਣੀ ਫਾਈਲ ਵਿਡਰਾਅ ਕਰਕੇ ਕਿਸੇ ਦੂਸਰੇ ਕਾਲਜ ਦੇ ਵਿੱਚ ਅਪਲਾਈ ਕਰ ਦਿਓ ਜਿਹੜਾ ਕਿ ਕਲੀਨ ਰਿਕਾਰਡ ਹੈ। ਸੋ ਉਹਦੇ ਵਿੱਚ ਵੇਟ ਕਰਨੀ ਹੈ ਜਾਂ ਨਹੀਂ ਕਰਨੀ ਹੈ, ਸਟੂਡੈਂਟ ਦਾ ਆਪਣਾ ਡਿਸੀਜਨ ਹੈਗਾ। ਜਿਹੜਾ ਦੂਸਰਾ ਸਵਾਲ ਸੀ ਜੀ, ਪਲੀਜ਼ ਜੀ ਜਿਹੜਾ ਤੁਸੀਂ ਦੂਸਰਾ ਕਹਿ ਰਹੇ ਸੀ ਕਿ ਤੁਹਾਡਾ ਸਵਾਲ ਆਇਆ ਕਿ ਵੀ ਬੰਦੇ ਬਾਹਰ ਬੈਠੇ ਆ, ਇਹਦੇ ਵਿੱਚ ਬਹੁਤ ਕਲੀਅਰਲੀ ਲਿਖਿਆ ਹੈ ਇਹ 90,000 ਔਰ ਇਹ ਅਪੋਰਚੁਨਿਟੀ ਉਹਨਾਂ ਵਾਸਤੇ ਹੈ ਜਿਹੜੇ ਕੈਨੇਡਾ 'ਚ ਬੈਠੇ ਹੋਏ ਆ। ਔਰ ਇਹ ਇਸ ਕਰਕੇ ਹੈ ਕਿਉਂਕਿ ਇਸ ਸਾਲ ਦਾ 2 ਰੀਜ਼ਨ ਹੈ, ਇੱਕ 4,01,000 ਦਾ ਟਾਰਗੇਟ, ਦੂਸਰਾ ਜਿਹੜੇ ਬੰਦਿਆਂ ਨੇ ਆਪਣੀ ਜਾਨ ਤੇ ਖੇਡ ਕੇ ਕੋਵਿਡ ਦੇ ਟਾਈਮ ਦੇ ਉੱਤੇ ਐਜ਼ ਅ ਫਰੰਟ ਲਾਈਨ ਵਰਕਰ ਕੰਮ ਕੀਤਾ ਹੈ। ਸੋ ਇਹ ਇੱਕ ਉਹਨਾਂ ਲਈ ਵੇ ਆਫ ਮਤਲਬ ਐਕਨੋਲੇਜਮੈਂਟ ਹੈ ਉਹਨਾਂ ਵਾਸਤੇ ਕਿ ਓਕੇ ਜੀ ਤੁਸੀਂ ਇਹ ਕੀਤਾ ਹੈ, ਤੁਹਾਡੇ ਕੋਲ ਰੀਅਲ ਟਾਈਮ ਐਕਸਪੀਰੀਅੰਸ ਹੈ, ਤੁਹਾਨੂੰ 2-3 ਸਾਲ ਵੇਟ ਕਰਨ ਦੀ ਲੋੜ ਨਹੀਂ, 6 ਨਵੰਬਰ ਤੱਕ ਤੁਹਾਡੀ ਐਪਲੀਕੇਸ਼ਨ ਪਿਕ ਹੋਗੀ ਤੇ ਤੋਹਫਾ ਹੈ ਸਰਕਾਰ ਵੱਲੋਂ ਕਿ ਤੁਸੀਂ ਪੱਕੇ ਹੋ ਜਾਓਗੇ। ਜੀ ਭੱਟੀ ਸਾਹਿਬ, ਇੱਕ ਸਵਾਲ ਹੈ ਕਿ ਤੁਸੀਂ ਪਹਿਲਾਂ ਆਓ ਤੇ ਪਹਿਲਾਂ ਪਾਓ ਦੀ ਗੱਲ ਕਰ ਦਿੱਤੀ ਕਿ ਆਮ ਤੌਰ ਤੇ ਇਦਾਂ ਹੀ ਹੁੰਦਾ ਤੇ ਉਹਦੇ ਉੱਤੇ ਰਹਿਣਾ ਚਾਹੀਦਾ। ਹੁਣ ਇੱਕ ਸਟੂਡੈਂਟ ਜਿਹਨੇ ਆਪਣੀ ਡਿਗਰੀ ਡਿਪਲੋਮਾ ਕੰਪਲੀਟ ਕਰ ਲਿਆ, ਲੱਗਦਾ ਹੈ ਕਿ ਉਹ ਮੋਟੀਆਂ ਰਿਕੁਆਇਰਮੈਂਟਸ ਮੀਟ ਕਰਦਾ ਹੈ, ਉਹਨੇ ਤੁਹਾਡੇ ਕੋਲੇ ਆਉਣਾ ਜਾਂ ਕਿਸੇ ਦੇ ਕੋਲੇ ਵੀ ਜਾਣਾ ਹੈ, ਕਿ ਉਹ 2, 3 ਜਾਂ 4 ਮਈ ਨੂੰ ਪਹੁੰਚੇ ਕਿ ਭਾਈ ਜਾ ਕੇ 5 ਮਿੰਟ ਲੱਗਣੇ ਆ, ਫਾਈਲ ਕੰਪਲੀਟ ਹੋ ਜਾਣੀ ਹੈ, ਜਾਂ ਉਹਨੂੰ ਹੁਣ ਤੋਂ ਹੀ ਤਿਆਰੀ ਕਰਨੀ ਚਾਹੀਦੀ ਹੈ? ਜੇ ਤਿਆਰੀ ਕਰਨੀ ਚਾਹੀਦੀ ਹੈ ਤਾਂ ਮੋਟੇ ਡਾਕੂਮੈਂਟਸ ਕਿਹੜੇ ਹੱਥ ਦੇ ਵਿੱਚ ਲੈ ਕੇ ਦਫ਼ਤਰ ਦਾ ਗੇੜਾ ਫੇਰ ਮਾਰੇ?
ਦੇਖੋ ਜੀ, ਇੱਥੇ ਦਫ਼ਤਰ ਦਾ ਗੇੜਾ ਤੇ ਕੋਈ ਵੱਜਣਾ ਹੀ ਨਹੀਂ, ਕਿਉਂਕਿ ਦਫ਼ਤਰ ਇੰਡੀਆ ਦੇ ਵਿੱਚ ਹੈ। ਅੱਜ ਦੀ ਡੇਟ 'ਚ ਜਿਹੜੀਆਂ ਕੈਟੇਗਰੀਜ਼ ਹੈ ਨਾ, ਜੇ ਮੈਂ ਕੈਟੇਗਰੀਜ਼ ਨੂੰ ਚੰਗੀ ਤਰ੍ਹਾਂ ਦੇਖ ਲਾਂ, ਉਹ ਦੋ ਕੈਟੇਗਰੀਜ਼ ਕਹਿੰਦੀਆਂ ਕਿ ਤੁਸੀਂ ਪਿਛਲੇ 1 ਸਾਲ ਤੋਂ ਕੰਮ ਕਰ ਰਹੇ ਹੋ ਐਸੈਂਸ਼ੀਅਲਸ ਦੇ ਵਿੱਚ, ਸੋ ਦੈਟ ਮੀਨਸ ਬੰਦਾ ਆਲਰੇਡੀ ਵਰਕ ਪਰਮਿਟ ਤੇ। ਤੀਸਰੀ ਕੈਟੇਗਰੀ ਹੈ ਕਿ ਤੁਸੀਂ ਕੈਨੇਡੀਅਨ ਇੰਸਟੀਚਿਊਟ ਤੋਂ ਪਿਛਲੇ 2017 ਤੋਂ ਬਾਅਦ, ਯਾਨੀ ਕਿ 18 19 20 21 4 ਸਾਲਾਂ ਦੇ ਵਿੱਚ ਆਪਣਾ ਡਿਪਲੋਮਾ ਕੰਪਲੀਟ ਕੀਤਾ, 1 ਸਾਲ ਦਾ ਜਾਂ 2 ਸਾਲ ਦਾ ਕੈਨੇਡੀਅਨ ਇੰਸਟੀਚਿਊਟ ਤੋਂ। ਹੁਣ ਜਿਸ ਬੰਦੇ ਨੇ ਡਿਪਲੋਮਾ ਕੀਤਾ ਉਹਨੇ ਵਰਕ ਪਰਮਿਟ ਵਾਸਤੇ ਅਪਲਾਈ ਕਰਨਾ ਸੀ, ਉਹਦੀਆਂ ਵੀ ਰਿਕੁਆਇਰਮੈਂਟ ਹੁੰਦੀਆਂ, ਤੁਹਾਡੇ ਕੋਲ ਇੰਗਲਿਸ਼ ਦਾ ਸਰਟੀਫਿਕੇਟ ਹੋਣਾ ਚਾਹੀਦਾ, ਇਨਐਡਮਿਸਿਬਿਲਿਟੀ ਨਹੀਂ। ਇਸ ਆਰਟੀਕਲ ਦੇ ਵਿੱਚ CIC ਦੀ ਵੈਬਸਾਈਟ ਦੇ ਉੱਤੇ ਬਹੁਤ ਕਲੀਅਰਲੀ ਹਰ ਚੀਜ਼ ਲਿਖੀ ਹੋਈ ਹੈ। ਸਟੂਡੈਂਟ ਜਿਨ੍ਹਾਂ ਨੇ ਇਸ ਕੈਟੇਗਰੀ 'ਚ ਅਪਲਾਈ ਕਰਨਾ, ਮੈਕਸਿਮਮ ਸਟੂਡੈਂਟ ਦੀ IELTS ਐਕਸਪਾਇਰ ਹੋਏਗੀ। ਜੇਕਰ IELTS ਐਕਸਪਾਇਰ ਹੈ, ਸਭ ਤੋਂ ਪਹਿਲੇ ਤੇ ਆਪਣਾ IELTS ਦਾ ਟੈਸਟ ਬੁੱਕ ਕਰਾ ਲਓ, ਸੈਲਪਿਪ ਦਾ ਟੈਸਟ ਬੁੱਕ ਕਰਾ ਲਓ, ਜਿਹੜੇ ਵੀ ਇੰਗਲਿਸ਼ ਦੇ ਟੈਸਟ ਹੈ, ਕਿਤੇ ਵੀ ਸੀਟ ਮਿਲਦੀ ਹੈ ਆਪਣਾ ਟੈਸਟ ਜ਼ਰੂਰ ਬੁੱਕ ਕਰਾ ਲਓ, ਕਿਉਂਕਿ ਉਹ ਸਭ ਤੋਂ ਵੱਡੀ ਰਿਕੁਆਇਰਮੈਂਟ ਹੈ। ਕਿਉਂਕਿ ਕੱਲ ਰਾਤੀ ਮੇਰੇ ਕੋਲ ਇੱਕ ਮੇਰੇ ਕਲਾਇੰਟ ਹੈ, ਮਤਲਬ 2 ਸਾਲ ਪਹਿਲੇ ਮੇਰੇ ਕੋਲੋਂ ਹੀ ਇੱਥੇ ਗਏ ਸੀਗੇ ਇੰਡੀਆ ਤੋਂ ਕੈਨੇਡਾ ਪੜ੍ਹਨ ਵਾਸਤੇ। ਉਹ ਸਟੂਡੈਂਟ ਦਾ ਫੋਨ ਆਇਆ ਮੈਨੂੰ, ਐਂਡ ਉਹ ਕਹਿੰਦਾ ਭਾਜੀ ਮੈਨੂੰ IELTS ਦੀ ਡੇਟ ਨਹੀਂ ਮਿਲਦੀ ਪਈ। ਜਦੋਂ ਦਾ ਇਹ ਅਨਾਊਂਸ ਹੋਇਆ ਨਾ, 2 ਵਾਰੀ ਹੈਂਗ ਹੋ ਚੁੱਕੀ ਹੋਈ ਹੈ, ਦੇਰ ਆਰ ਨੋ ਸੀਟਸ ਅਵੇਲੇਬਲ। ਮੈਨੂੰ ਕਿਸੇ ਤਰੀਕੇ ਦੇ ਨਾਲ ਸੀਟ ਮਿਲ ਸਕਦੀ ਹੈ IELTS ਟੈਸਟ ਦੀ, ਮੈਂ ਇੰਡੀਆ ਆ ਕਰਕੇ ਵੀ IELTS ਦਾ ਟੈਸਟ ਦੇਣਾ, ਕਿਉਂਕਿ ਮੇਰੀਆਂ ਬਾਕੀ ਸਾਰੀਆਂ ਰਿਕੁਆਇਰਮੈਂਟਾਂ ਪੂਰੀਆਂ ਹੋ ਰਹੀਆਂ। ਸੋ ਮੇਰੇ ਅਕੋਰਡਿੰਗ ਕਿਸੇ ਵੀ ਕੰਸਲਟੈਂਟ ਕੋ ਜਾਣ ਦੀ ਜ਼ਰੂਰਤ ਨਹੀਂ ਹੈ। ਜਿਹੜੀਆਂ ਇਹ ਕੈਟੇਗਰੀ 'ਚ ਬੰਦੇ ਆਉਂਦੇ ਆ, ਆਲਰੇਡੀ ਉਹ ਕੁਆਲੀਫਾਈਡ ਐਂਡ ਪੜ੍ਹੇ ਲਿਖੇ ਲੋਕ ਹੈ। CIC ਦੀ ਵੈਬਸਾਈਟ ਦੇ ਉੱਤੇ ਜਾ ਕਰਕੇ ਤੁਸੀਂ ਆਪਣੀ ਐਪਲੀਕੇਸ਼ਨ ਖੁਦ ਸਬਮਿਟ ਕਰ ਸਕਦੇ ਹੋ। ਭੱਟੀ ਸਾਹਿਬ, ਇੱਕ ਇਹਦੇ ਨਾਲ ਛੋਟਾ ਜਿਹਾ ਸਵਾਲ ਰਲਦਾ, ਜੇ IELTS ਦੀ ਡੇਟ ਨਹੀਂ ਮਿਲਦੀ, ਕੀ ਸਟੂਡੈਂਟ ਜਾਂ ਕੋਈ ਹੋਰ ਸੈਲਫ ਦਾ ਐਗਜ਼ਾਮ ਵੀ ਦੇ ਸਕਦੇ ਨੇ? ਬਿਲਕੁਲ ਜੀ, ਜਿੰਨੇ ਵੀ ਟੈਸਟ ਜਿਨ੍ਹਾਂ ਦੇ ਲੈਂਗੁਏਜ ਸਕੋਰ ਮੰਨਿਆ ਜਾਂਦਾ ਵਾ, ਉਹ ਇਹਨਾਂ CIC ਦੀ ਵੈਬਸਾਈਟ ਦੇ ਉੱਤੇ ਉਹ ਨੇਮ ਆਫ ਦਾ ਟੈਸਟ ਲਿਖੇ ਹੋਏ ਨੇ। ਸੋ ਉਹਨਾਂ ਨੂੰ ਪੜ੍ਹ ਲਓ। ਸੋ ਬਥੇਰੇ ਟੈਸਟ ਹੈਗੇ ਜਿਹਦੇ ਵਿੱਚ ਤੁਸੀਂ ਆਪਣੀ ਇੰਗਲਿਸ਼ ਦੀ ਰਿਕੁਆਇਰਮੈਂਟ ਮੀਟ ਕਰ ਸਕਦੇ ਹੋ। ਭੱਟੀ ਸਾਹਿਬ, ਆਮ ਤੌਰ ਤੇ ਇਦਾਂ ਘੱਟ ਹੁੰਦਾ। ਆ ਜਿਹੜੀ ਤੁਸੀਂ ਗੱਲ ਕਹਿੰਦੇ ਹੋ ਕਿ ਭਾਈ ਕਿਸੇ ਕੋਲੇ ਜਾਣ ਦੀ ਲੋੜ ਨਹੀਂ, ਆਉਣ ਦੀ ਲੋੜ ਨਹੀਂ, ਸਿੱਧਾ ਜਾ ਕੇ ਅਪਲਾਈ ਕਰਦਾ, ਪੈਰੀ ਘੋੜਾ ਤਾਂ ਨਹੀਂ ਮਾਰ ਰਹੇ? ਨਹੀਂ ਭਾਜੀ, ਕੋਈ ਪੈਰੀ ਘੁਲਾੜਾ ਨਹੀਂ ਮਾਰ ਰਹੇ। ਮੈਂ ਕੱਲ ਰਾਤ ਦੀ ਗੱਲ ਦੱਸਾਂ, ਮੈਨੂੰ ਇਹ ਮੇਰੇ ਇੱਕ ਬੰਦੇ ਦਾ ਮੈਸੇਜ ਆਇਆ, ਕਹਿੰਦਾ ਜੀ ਉਹ ਇੱਕ ਬੰਦਾ ਕਹਿ ਰਿਹਾ ਜੀ ਉਹ ਪੂਰੇ ਕੈਨੇਡਾ ਨੂੰ ਹੀ ਪੱਕਾ ਕਰਤਾ। ਮੇਰਾ ਹਾਸਾ ਛੁੱਟ ਗਿਆ। ਮੈਂ ਕਿਹਾ ਯਾਰ 90,000 ਬੰਦਾ ਹੈ, ਐਂਡ ਉਹਦੇ ਚੋਂ ਸਿਰਫ ਹੈ ਕਿ ਵੀ ਐਵੇਂ ਰੌਲਾ ਪਾਈ ਜਾ ਰਿਹਾ ਕਿ ਵੀ ਸਾਰੀ ਦੁਨੀਆ ਨੂੰ ਪੱਕੇ ਕਰਤਾ। ਇਟਸ ਵੈਰੀ, ਮਤਲਬ ਇਹ ਅੱਜ ਤੱਕ ਮੇਰੇ 18 ਸਾਲ ਦੇ ਐਕਸਪੀਰੀਅੰਸ ਦੇ ਵਿੱਚ ਕਦੀ ਵੀ ਇਹ ਚੀਜ਼ ਨਹੀਂ ਹੋਈ ਕਿ ਵੀ ਇਹ ਅਨਾਉਂਸਮੈਂਟ ਹੋਈ ਹੋਵੇ ਕਿ ਆਓ ਜੀ ਬੰਦੇ ਪੱਕੇ ਕਰ ਦਈਏ। UK ਨੇ ਇੱਕ ਵਾਰੀ ਅਨਾਉਂਸਮੈਂਟ ਕੀਤੀ ਸੀ ਕਿ ਜਿਹੜੇ ਕੱਚੇ ਬੰਦੇ ਆ ਉਹਨਾਂ ਨੂੰ ਪੱਕੇ ਕਰਨ ਲਈ ਉਹਨਾਂ ਨੇ, ਬਟ ਉਹਦੀਆਂ ਇੱਕ ਰਿਕੁਆਇਰਮੈਂਟ ਸੀਗੀਆਂ। ਸਟੂਡੈਂਟ ਵਾਸਤੇ ਇੰਨਾ ਪ੍ਰੋ ਔਰ ਜਿਹੜਾ ਟੈਂਪਰੇਰੀ ਵਰਕਰ ਹੈ ਇੰਨਾ ਪ੍ਰੋ। ਸੋ ਦੈਟ ਮੀਨਸ ਇੱਕ ਸਟੂਡੈਂਟ ਦੀ ਗੱਲ ਕਰ ਲਾਂ ਔਰ ਇਹ 2 ਤੋਂ 3 ਸਾਲ ਦਾ ਸਮਾਂ ਬਚਾ ਲਿਆ। ਸੋ ਇਹ ਜਿਹੜੀ ਗੱਲ ਹੈ ਕਿ ਵੀ ਅੱਜ ਇੱਥੇ ਇੰਡੀਆ ਦੇ ਵਿੱਚ ਕੀ ਪਬਲਿਸਿਟੀ ਹੋ ਰਹੀ ਹੈ ਪਤਾ, ਉਹ ਜੀ ਜੇਕਰ ਤੁਹਾਡੇ ਕੋਲ ਉਹ 1 ਸਾਲ ਦਾ ਐਕਸਪੀਰੀਅੰਸ ਨਹੀਂ ਹੈ, ਸਾਡੇ ਕੋਲ ਆ ਜਾਓ, ਅਸੀਂ ਤੁਹਾਡੀ ਮਦਦ ਕਰਾਂਗੇ। ਸੋ ਮਦਦ ਕਰਾਂਗੇ ਮਤਲਬ ਤੁਹਾਡੇ ਕੋਲ ਪੈਸੇ ਦੀ ਅਸੀਂ ਛਿੱਲ ਲਾਵਾਂਗੇ, 40-50,000 ਡਾਲਰ ਲਵਾਂਗੇ ਤੇ ਤੁਹਾਨੂੰ ਕਿਸੇ ਤਰੀਕੇ ਦੇ ਨਾਲ ਐਕਸਪੀਰੀਅੰਸ ਅਰੇਂਜ ਕਰਾ ਦਾਂਗੇ। ਸੋ ਇੱਕ ਚੀਜ਼ ਦਾ ਗੱਲ ਯਾਦ ਰੱਖਿਓ ਸਾਰੇ ਜਣੇ ਕਿ ਜੇ ਕੈਨੇਡਾ ਗਵਰਨਮੈਂਟ ਇਦਾਂ ਦੀ ਹੈ ਕਿ ਵੀ ਉਹ ਇਮੀਗ੍ਰੈਂਟ, ਸਟੂਡੈਂਟ ਐਂਡ ਟੈਂਪਰੇਰੀ ਵਰਕਰ ਦੇ ਪ੍ਰੋ ਹੈ। ਅਸੀਂ ਆਪ ਇੰਡੀਆ ਛੱਡ ਕੇ ਉਹ ਮੁਲਕ 'ਚ ਇਸ ਕਰਕੇ ਜਾਂਦੇ ਆ। ਅਸੀਂ ਜਦੋਂ ਇੰਡੀਆ ਤੋਂ ਜਾਈਦਾ ਨਾ, ਅਸੀਂ ਇਹ ਗੱਲ ਕਹੀਦੀ ਇੱਥੇ ਸਿਸਟਮ ਹੈ ਨਹੀਂ, ਇੱਥੇ ਇਦਾਂ ਹੈ ਨਹੀਂ, ਇੱਥੇ ਉਦਾਂ ਹੈ ਨਹੀਂ। ਅਸੀਂ ਚਾਹੁੰਦੇ ਹਾਂ ਕਿ ਜ਼ਿੰਦਗੀ ਸਕੂਨ ਦੀ ਹੋਵੇ, ਵਧੀਆ ਜ਼ਿੰਦਗੀ ਮਿਲੇ, ਵਧੀਆ ਸਿਸਟਮ ਮਿਲੇ ਕਿ ਜੀ ਚਾਹੇ ਪ੍ਰਧਾਨ ਮੰਤਰੀ ਆ ਉਹਨੂੰ ਵੀ ਲਾਈਨ 'ਚ ਲੱਗਣਾ ਪਵੇ। ਐਂਡ ਉੱਥੇ ਕੈਨੇਡਾ ਵਰਗੀ ਸਰਕਾਰ 'ਚ ਸਾਰੀਆਂ ਚੀਜ਼ਾਂ ਹੁੰਦੀਆਂ। ਸਾਡੇ ਇੱਥੇ ਮੰਤਰੀ ਤੇ ਜੀ ਉਹ ਸਿਕਿਉਰਿਟੀਆਂ ਲੈ ਕੇ ਘੁੰਮਦੇ ਆ, ਬਟ ਅਸੀਂ ਉੱਥੇ ਜਦੋਂ ਪਹੁੰਚਦੇ ਆ ਆਪਣੇ ਆਪ ਨੂੰ ਪੱਕੇ ਕਰਨ ਵਾਸਤੇ ਆਪ ਹੀ ਆਪਣੀ ਜੇਬਾਂ 'ਚੋਂ ਪੈਸੇ ਦੇਖਦੇ ਆ। ਯਾਰ ਦੇਖ ਲਓ ਜੇਕਰ ਕੋਈ ਜੁਗਾੜ ਲੱਗਦਾ ਤੇ ਦੇਖ ਲਓ ਕੋਈ ਸਕੀਮ ਲੱਗਦੀ ਹੈ ਤੇ ਆਪ ਹੀ ਅਸੀਂ ਸਿਸਟਮ ਨੂੰ ਕਰਪਟ ਕਰਦੇ ਆ। ਐਂਡ ਦੈਨ ਉਹਦੇ ਬਾਅਦ ਚੋਂ ਅਸੀਂ ਰੋਂਦੇ ਆ ਕਿ ਉਹੋ ਜੀ ਸਾਡਾ ਸਿਸਟਮ ਵਧੀਆ ਨਹੀਂਗਾ। ਸੋ ਮੇਰੀ ਸਾਰਿਆਂ ਨੂੰ ਹੱਥ ਬੰਨ ਕੇ ਬੇਨਤੀ ਹੈ ਕਿ ਫਾਈਨਲੀ ਤੁਸੀਂ ਉਸ ਕੰਟਰੀ ਦੇ ਵਿੱਚ ਪਹੁੰਚੇ ਹੋ ਜਿੱਥੇ ਤੁਹਾਨੂੰ ਵਧੀਆ ਜ਼ਿੰਦਗੀ ਜੀਣ ਦਾ ਜਿਹੜਾ ਸੁਪਨਾ ਸੀ ਉਹ ਤੁਹਾਡਾ ਪੂਰਾ ਹੋਇਆ ਹੈ। ਉੱਥੇ ਰਹਿ ਕਰਕੇ ਸਿਸਟਮ ਕਰਪਟ ਨਾ ਕਰੋ। ਏਜੰਟਸ ਸਾਰੇ ਬੰਦੇ ਕੋਈ ਸੇਵਾ ਕਰਨ ਵਾਸਤੇ ਨਹੀਂ ਹੈ, ਹਰ ਕਿਸੇ ਬੰਦੇ ਦਾ ਮੋਟਿਵ ਹੈ ਪੈਸਾ ਕਮਾਉਣਾ। ਸੋ ਜਦੋਂ ਪੈਸੇ ਦੀ ਗੱਲ ਆਉਂਦੀ ਹੈ ਤੁਸੀਂ ਆਪ ਪ੍ਰਵੋਕ ਨਾ ਕਰੋ ਕਿ ਇਸ ਚੀਜ਼ ਲੈ ਕਰਕੇ ਦੇਖੋ ਜੀ ਕੋਈ ਜੁਗਾੜ ਲੱਗ ਗਿਆ। ਆਪਾਂ ਜੇਕਰ ਤਰੀਕੇ ਦੇ ਨਾਲ ਚੱਲਾਂਗੇ ਅੱਜ ਨਹੀਂ ਤਾਂ ਕੱਲ ਪੱਕੇ ਜ਼ਰੂਰ ਹੋਵਾਂਗੇ। ਕਦੀ ਵੀ ਕਾਲ ਨਹੀਂ ਕਰਨੀ, ਪੈਨਿਕ ਨਹੀਂ ਹੋਣਾ। ਉਹ ਜੀ ਕਿਤੇ 90,000 ਚ ਮੇਰਾ ਨੰਬਰ ਨਹੀਂ ਆਉਂਦਾ ਪਿਆ, ਮੈਂ ਰਹਿ ਨਾ ਜਾਵਾਂ। ਉਹ ਜਿਹੜੇ ਪੁਰਾਣੀਆਂ ਕੈਟੇਗਰੀਆਂ ਉਹ ਬੰਦ ਨਹੀਂ ਕਰਤੀਆਂ ਉਹਨਾਂ ਨੇ। ਸੋ ਜੇਕਰ ਤੁਸੀਂ ਆਪ ਸਾਰੇ ਜਣੇ ਸਿਆਣੇ ਹੋ ਜਾਓਗੇ ਤੇ ਇੱਥੇ ਜਿਹੜੇ ਬੰਦੇ ਇੰਡੀਆ 'ਚ ਬੈਠੇ ਹੋਏ, ਹੁਣ ਉਹ ਬੰਦੇ ਦਾ ਪ੍ਰਮੋਟ ਕਰਨ ਦਾ ਮਤਲਬ ਹੀ ਨਹੀਂ ਮੈਨੂੰ ਸਮਝ ਆਇਆ ਕਿ ਜੀ ਇੱਥੇ ਬੈਠੇ ਹੋਏ ਤੁਸੀਂ ਵਰਕ ਐਕਸਪੀਰੀਅੰਸ ਅਰੇਂਜ ਕਰਾ ਰਹੇ ਹੋ।
ਸੋ ਵਿਚ ਇਜ਼ ਟੋਟਲੀ ਇਲੀਗਲ ਐਂਡ ਉਹ ਆਪਣਾ ਬੈਡ। ਸੋ ਜਿਹੜੀ ਗੱਲ ਤੁਸੀਂ ਕਹੀ ਕਿ ਆਪਣੀ ਉਹ ਪੈਰ ਤੇ ਕੁਲਾੜੀ ਨਹੀਂ ਮਾਰ ਰਹੇ, ਨਹੀਂ ਜੀ ਬਿਲਕੁਲ ਨਹੀਂ ਮਾਰ ਰਹੇ, ਕਿਉਂਕਿ ਇਹ ਸਾਡਾ ਮੋਡ ਆਫ ਬਿਜ਼ਨਸ ਹੀ ਨਹੀਂ ਹੈ। ਰੀਜ਼ਨ ਇਜ਼ ਕਿਉਂਕਿ ਇਹ ਸਰਕਾਰ ਵੱਲੋਂ ਇੱਕ ਅਪੋਰਚੁਨਿਟੀ ਆਈ ਹੈ। ਹੁਣ ਜ਼ਰੂਰੀ ਨਹੀਂ ਹੁੰਦਾ ਇੱਕ ਅਪੋਰਚੁਨਿਟੀ ਹਰ ਉਹ ਏਜੰਟ ਵਾਸਤੇ ਹੀ ਪੈਸੇ ਕਮਾਉਣ ਦਾ ਇੱਕ ਧੰਦਾ ਹੋਵੇ। ਇਹ ਵੀ ਹੋ ਸਕਦਾ ਕਿ ਇੱਕ ਸਟੂਡੈਂਟ ਵਾਸਤੇ, ਇੱਕ ਜਿਹੜਾ ਟੈਂਪਰੇਰੀ ਵਰਕਰ ਹੈ, ਉਹਦਾ ਟਾਈਮ ਬਚਾਉਣ ਵਾਸਤੇ ਵੀ ਤੇ ਅਪੋਰਚੁਨਿਟੀ ਹੈ। ਐਜ਼ ਆਈ ਸੈਡ ਕਿ ਇਹ ਰਿਵਾਰਡ ਹੈ ਕਿ ਵੀ ਜਿਹੜਾ ਔਖਾ ਟਾਈਮ ਚੱਲਿਆ, ਇਹ ਔਖੇ ਟਾਈਮ ਤੋਂ ਬਾਅਦ ਜਿਹੜਾ ਅੱਗੇ ਵਧੀਆ ਟਾਈਮ ਆ ਰਿਹਾ ਉਹਦੀ ਖੁਸ਼ਹਾਲੀ ਹੈ। ਜੇਕਰ ਕਿਸੇ ਦੇ 2-3 ਸਾਲ ਬਚਦੇ, ਉਹਨਾਂ ਨੂੰ ਆਪ ਪ੍ਰੋ ਹੋ ਕਰਕੇ CIC ਦੀ ਵੈਬਸਾਈਟ ਤੇ ਜਾ ਕੇ ਆਪਣੀ ਐਪਲੀਕੇਸ਼ਨ ਆਪ ਪਾਣੀ ਚਾਹੀਦੀ ਹੈ। ਜੀ ਪੱਟੀ ਸਾਹਿਬ, ਤੁਸੀਂ ਜਾਣਕਾਰੀਆਂ ਦਿੱਤੀਆਂ, ਖਾਸ ਤੌਰ ਤੇ ਦੱਸ ਦਿੱਤਾ ਕਿ ਭਾਈ ਆਹ ਵੈਬਸਾਈਟ ਹੈ ਤੇ ਉੱਥੇ ਜਾ ਕੇ ਸਾਰੀਆਂ ਜਾਣਕਾਰੀਆਂ ਹਾਸਲ ਕੀਤੀਆਂ ਜਾ ਸਕਦੀਆਂ। ਤੁਸੀਂ ਜੁੜੇ, ਜਾਣਕਾਰੀਆਂ ਦਿੱਤੀਆਂ, ਤੁਹਾਡਾ ਬਹੁਤ ਧੰਨਵਾਦ ਜੀ। ਥੈਂਕ ਯੂ ਵੈਰੀ ਮਚ ਜੀ, ਥੈਂਕ ਯੂ ਜੋਗਰਾਜ ਜੀ, ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ। ਸ਼ੁਕਰੀਆ ਜੀ। ਸੋ ਪੱਟੀ ਸਾਹਿਬ ਆਏ ਸੀ ਤੇ ਉਹਨਾਂ ਨੇ ਸਾਰੀਆਂ ਗੱਲਾਂ ਦੱਸੀਆਂ। ਦੋ ਚੀਜ਼ਾਂ ਬਿਲਕੁਲ ਕਲੀਅਰ ਨੇ। ਇਹ ਘੱਟੋ ਘੱਟ ਅਗਲੇ ਪਾਸੇ ਨੂੰ ਦੱਸਿਓ ਜ਼ਰੂਰ, ਪ੍ਰੋਗਰਾਮ ਸ਼ੇਅਰ ਕਰਨਾ ਉਹ ਕਰ ਦਿਓ, ਅਦਰਵਾਈਜ਼ ਨਹੀਂ ਤਾਂ ਕੋਈ ਵੀ ਬੰਦਾ ਉਹਨੂੰ ਜਾਣਕਾਰੀ ਟੈਲੀਫੋਨ ਕਰਕੇ ਮੈਸੇਜ ਕਰਕੇ ਦੱਸ ਦਿਓ ਕਿ ਭਾਈ ਆਹ ਜਿਹੜਾ 90,000 ਵਾਲਾ ਮਸਲਾ ਨਾ, ਇਹ ਭਾਰਤ ਦੇ ਵਿੱਚ ਵਸਦੇ ਲੋਕਾਂ ਦੇ ਲਈ ਹੈ ਨਹੀਂਗਾ। ਪੰਜਾਬ ਦੇ ਪਿੰਡ ਦੇ ਵਿੱਚ ਜੇ ਕੋਈ ਨੌਜਵਾਨ ਕੈਨੇਡਾ ਜਾਣਾ ਚਾਹੁੰਦਾ, 5-4 ਚੱਕਰ ਕਿਸੇ ਦਫ਼ਤਰ ਦੇ ਮਾਰ ਆਇਆ ਤੇ ਉਹਨੂੰ ਉੱਥੋਂ ਟੈਲੀਫੋਨ ਨਾ ਕਿਤੇ ਆ ਜਾਵੇ। ਵੈਸੇ ਬਹੁਤੇ ਲੋਕ ਕਰਦੇ ਨਹੀਂ, ਪਰ ਜੇ ਆ ਜਾਵੇ ਜੀ, ਖੋਲ ਦਿੱਤਾ ਉਹਨਾਂ ਨੇ, ਆ ਜਾਓ ਬਸ ਇੰਨੇ ਕੁ ਲੈ ਕੇ ਨੋਟ, ਪਾਸਪੋਰਟ ਫੜਾ ਜਾਓ। ਇਹ ਕੈਨੇਡਾ ਦੇ ਅੰਦਰ ਬੈਠੇ ਲੋਕਾਂ ਦੇ ਲਈ ਹੈ। ਕਿਸੇ ਦੇ ਨਾਲ ਕੋਈ ਧੋਖਾ ਨਾ ਹੋਵੇ, ਠੱਗੀ ਨਾ ਹੋਵੇ। ਵੈਸੇ ਬਹੁਤ ਸਾਰੇ ਲੋਕ ਸਮਝਦਾਰ ਨੇ, ਸਿਆਣੇ ਨੇ, ਪਰ ਜੇ ਅਸੀਂ ਇੱਕ ਨੂੰ ਵੀ ਕਿਸੇ ਨੂੰ ਠੱਗੇ ਜਾਣ ਤੋਂ ਬਚਾ ਲਈਏ ਤਾਂ ਉਹ ਬਹੁਤ ਇੰਪੋਰਟੈਂਟ ਹੋਏਗਾ। ਸੋ ਇੱਥੇ ਵਾਸਤੇ ਜਿਹੜੇ ਲੋਕ ਨੇ ਉਹ CIC ਦੀ ਵੈਬਸਾਈਟ ਦੇ ਉੱਤੇ ਜਾ ਕੇ ਸਾਰੀਆਂ ਜਾਣਕਾਰੀਆਂ ਦੇਖ ਲੈਣ, ਉਹਦੇ ਤੋਂ ਬਾਅਦ ਅਗਲੇ ਪਾਸੇ ਨੂੰ ਤੁਰਨ, ਪੇਪਰ ਵਰਕ ਚੰਗੇ ਤਰੀਕੇ ਕਰਨ, ਤਾਂ ਫਿਰ ਸ਼ਾਇਦ ਬਹੁਤ ਸੁਖਾਲਾ ਹੋ ਜਾਊਗਾ ਸਾਰਾ ਕੁਝ। ਜੀ ਕਾਲੂ ਸਾਹਿਬ। ਜੀ ਬਟ ਸਾਹਿਬ, ਕਾਫੀ ਹੋਰ ਵੀ ਚੀਜ਼ਾਂ ਦੀਆਂ ਟਿੱਪਣੀਆਂ ਨਾਲ ਪੁੱਛੀ ਆ ਰਹੇ ਸੀ। ਕੁਝ ਸਵਾਲ ਪੁੱਛੇ ਗਏ, ਕੁਝ ਰਹਿ ਗਏ ਹੋਣਗੇ, ਤੇ ਤੁਸੀਂ ਆਪਦੇ ਜਿਹੜੇ ਤੁਹਾਡੇ ਵਿਸ਼ਵਾਸ ਪਾਤਰ ਕੋਈ ਕੰਸਲਟੈਂਟ ਨੇ ਉਹਨਾਂ ਦੀ ਸਲਾਹ ਲੈ ਕੇ ਤੁਸੀਂ ਆਪਦੀ ਫਾਈਲ ਜਿਹੜੀ ਅਗਲੇ ਬੰਨੇ ਨੂੰ ਤੋਰ ਸਕਦੇ ਹੋ, ਜਾਂ ਆਪ ਸਟੱਡੀ ਵੀ ਕਰ ਸਕਦੇ ਹੋ ਜਿੱਦਾਂ CIC ਦੀ ਵੈਬਸਾਈਟ ਤੋਂ ਜਾ ਕੇ ਕਿ ਬਈ ਇਹ ਕੈਟੇਗਰੀ ਐਲੀਜੀਬਲ ਆਉਂਦੀ ਹੈ ਜਾਂ ਨਹੀਂ, ਕਿਉਂਕਿ ਕੈਟੇਗਰੀਜ਼ ਦੀ ਲਿਸਟ ਬਹੁਤ ਲੰਬੀ ਹੈ। ਸ਼ਾਇਦ ਟਿਪਸ ਦੇ ਉੱਤੇ ਤੇ ਅਜੇ ਕੰਸਲਟੈਂਟਸ ਨੂੰ ਵੀ ਨਾ ਯਾਦ ਹੋਏ, ਕਿਸੇ ਵੀ ਬੰਦੇ ਨੂੰ ਨਾ ਯਾਦ ਹੋਏ, ਹਰ ਕੋਈ ਬੰਦਾ ਉੱਥੋਂ ਪੜ੍ਹ ਕੇ ਹੀ ਦੱਸ ਰਿਹਾ, ਉਹ ਵੀ ਇੱਕ ਹੱਲ ਹੈਗਾ ਜੀ, ਆਪਾਂ ਕਰ ਸਕਦੇ ਹਾਂ। ਬਾਕੀ ਖੁਸ਼ਖਬਰੀ ਵੀ ਹੈ ਬਾਟ ਸਾਹਿਬ, ਤੇ ਨਾਲ ਧਿਆਨ ਵੀ ਰੱਖਣ ਦੀ ਲੋੜ, ਦੋਵੇਂ ਚੀਜ਼ਾਂ ਨਾਲ ਹੀ ਚੱਲਣੀਆਂ। ਨਹੀਂ, ਧਿਆਨ ਤਾਂ ਕਾਲੂ ਸਾਹਿਬ ਰੱਖਣਾ ਪਊਗਾ। ਮੈਂ ਤਾਂ ਉਹਨਾਂ ਵਿਦਿਆਰਥੀਆਂ ਦੀ ਸੋਚਦਾ ਸੀ ਜਿਨ੍ਹਾਂ ਨੇ ਪੜ੍ਹਾਈ ਪੂਰੀ ਕੀਤੀ ਹੈ, ਸਾਲ 2 ਸਾਲ, ਕਈ ਵਾਰੀ 3-3 ਸਾਲ ਵੀ ਉਹਨਾਂ ਨੂੰ ਲੱਗ ਜਾਂਦੇ ਆ। ਕਈ ਵਾਰੀ ਜਿੰਨੇ ਬੈਂਡ ਚਾਹੀਦੇ ਆ ਉਹ ਨਹੀਂ ਆਉਂਦੇ। ਘਰੋਂ ਬੇਘਰ ਹੋਣਾ ਹੀ ਹੁੰਦਾ ਜਦੋਂ ਤੁਸੀਂ 4-5 ਘੰਟੇ ਦੀ ਫਲਾਈਟ ਲੈ ਕੇ ਕਿਸੇ ਉਸ ਥਾਂ ਦੇ ਉੱਤੇ ਜਾਣਾ ਜਿੱਥੇ ਤੁਹਾਡਾ ਕੋਈ ਰਿਸ਼ਤੇਦਾਰ ਨਹੀਂ, ਜਾਣਦਾ ਪਹਿਚਾਣਦਾ ਕੋਈ ਬੰਦਾ ਨਹੀਂ, ਸਿਰਫ ਇਸ ਕਰਕੇ ਕਿ ਭਾਈ ਉੱਥੇ ਪੁਆਇੰਟ ਪੂਰੇ ਹੋ ਜਾਣ, ਉੱਥੇ ਕੰਮ ਦਾ ਐਕਸਪੀਰੀਅੰਸ ਮਿਲ ਜਾਵੇ। ਟਰੂਡੋ ਸਾਹਿਬ ਦੀ ਸਰਕਾਰ ਨੇ ਇਹ ਵੱਡਾ ਫੈਸਲਾ ਕੀਤਾ। ਇਹ ਛੋਟਾ ਫੈਸਲਾ ਨਹੀਂ। ਲੱਖਾਂ ਲੋਕ ਜਿਹੜੇ ਆ ਜਿਨ੍ਹਾਂ ਨੇ ਆਉਣ ਵਾਲੇ 2-3 ਸਾਲ ਪੁੱਠੇ ਟੰਗ ਹੋਏ ਰਹਿਣਾ ਸੀ, ਉਹਨਾਂ ਨੇ ਹੁਣੇ ਸਿੱਧੇ ਹੋ ਜਾਣਾ। ਕਈ ਨਾ ਬੱਚਿਆਂ ਦੀ ਬਾਟ ਸਾਹਿਬ ਨਾਲ ਪੜ੍ਹਾਈ ਅਪ੍ਰੈਲ ਮਹੀਨੇ ਖਤਮ ਹੋ ਰਹੀ ਹੈ, ਇਸੇ ਮਹੀਨੇ। ਹੁਣ 10 ਦਿਨਾਂ ਨੂੰ ਕਿਸੇ ਦੀ ਮੁੱਕ ਜਾਣੀ, ਕਿਸੇ ਦੀ ਮੁੱਕ ਚੁੱਕੀ ਹੈ, ਕਿਸੇ ਦੀ 20 ਨੂੰ ਵੀ ਮੁੱਕਣੀ ਆ ਜੀ। ਉਹ ਬੱਚੇ ਸ਼ਾਇਦ ਇਸ ਵਿੱਚ ਐਲੀਜੀਬਲ ਨਾ ਹੋ ਸਕਣ, ਕਿਉਂਕਿ ਜਦੋਂ ਉਹਨਾਂ ਦੀ ਪੜ੍ਹਾਈ ਮੁੱਕੇ ਵਰਕ ਪਰਮਿਟ ਆਉਣੇ, ਸ਼ਾਇਦ ਇਹਦੀਆਂ ਫਾਈਲਸ ਪੂਰੀਆਂ ਹੋ ਜਾਣ। ਉਹਨਾਂ ਦੇ ਵੀ ਕਈ ਕੰਸਰਨ ਸੀ ਨਾਲੋਂ ਨਾਲ। ਸੋ ਉਹਨਾਂ ਨੂੰ ਵੀ ਇੱਕ ਵੀ ਬਾਹਲੀ ਟੈਨਸ਼ਨ ਲੈਣ ਦੀ ਲੋੜ ਨਹੀਂ। ਅਜੇ ਸਾਲ ਦਾ 4ਥਾ ਮਹੀਨਾ ਹੀ ਆ ਤੇ ਇਦਾਂ ਦੀਆਂ ਅਨਾਉਂਸਮੈਂਟਸ ਹੋ ਗਈਆਂ। ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਇਦਾਂ ਦੀਆਂ ਅਨਾਉਂਸਮੈਂਟਸ ਆਉਣ, ਕਿਉਂਕਿ ਜਿਹੜਾ 4 ਲੱਖ ਬੰਦਾ ਪੱਕਿਆਂ ਕਰਨਾ ਉਹ ਤੁਹਾਡੇ ਚੋਂ ਹੀ ਕੋਈ ਨਾ ਕੋਈ ਹੋਣੇ ਅਗਲੇ। ਇਸ ਤੋਂ ਅਗਲਾ ਨੰਬਰ ਤੁਹਾਡਾ ਵੀ ਹੋ ਸਕਦਾ। ਲਾਈਨ 'ਚ ਲੱਗਣਾ ਜ਼ਰੂਰੀ ਆ, ਆਪਦੀ ਸਟੱਡੀ ਕੰਪਲੀਟ ਕਰਕੇ ਇੱਕ ਚੰਗੀ ਜੌਬ ਦੇ ਨਾਲ ਬਾਕੀ ਰਿਕੁਆਇਰਮੈਂਟਸ, ਤਾਂ ਕਿ ਅਗਲੇ ਮਹੀਨੇ ਜਦੋਂ ਵੀ ਕੋਈ ਅਨਾਉਂਸਮੈਂਟ ਹੁੰਦੀ ਹੈ ਤੁਸੀਂ ਉਸ ਚੀਜ਼ ਲਈ ਐਲੀਜੀਬਲ ਹੋ ਸਕੋ।